ਸ੍ਰੀ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ, ਗੁਰੂ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਸ੍ਰੀ ਹਰਿਗੋਬਿੰਦ ਸ਼ੋਭ ਸੁਮਤਿ ਪ੍ਰਕਾਸ਼ਕ, ਗੁਰੂ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਈ ਬਹੋਰੀ, ਗੁਰੂ ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਰੋਂ ਤਰਾਂ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ, ਜਿਸਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ, ਬੰਦੋ ਕਰ ਅਨੁਰਾਗ। ਸ੍ਰੀ ਗੁਰੂ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਤਹਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਕਾ ਬੁੱਧ ਪ੍ਰਭ ਤੁਛ ਹਮਾਰੀ, ਬਦਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੈ ਹੋ ਤੁਮ ਕਥਾ ਸੁਧਾਰੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਕੀਰਤ ਪਸਰੀ ਪੁਰ ਸਰਬ, ਘਰ ਘਰ ਪੀ ਭਰਪੂਰ। ਕਿਦੋ ਚਾਂਦ ਕੀ ਚਾਂਦਨੀ, ਜਿਉ ਚਕੋਰ ਪ੍ਰਿਯਰੂਰ। ਕੀਰਤ ਪਸਰੀ ਪੁਰ ਸਰਬ, ਘਰ ਘਰ ਪੀ ਭਰਪੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਕਿਰਪਾ ਦੇ ਖਜ਼ਾਨੇ, ਜੋਤ ਰੂਪ ਚਵਰ ਛਤਰ ਤਖਤ ਦੇ ਮਾਲਕ। ਪ੍ਰਤੱਖ ਸਤਿਗੁਰੂ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਮਿਲ ਜੁੜ ਬੈਠੀ ਗੁਰੂ ਰੂਪ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀਓ। ਆਪ ਸਾਰੇ ਵਡਭਾਗੀ ਹੋ, ਸਤਿਗੁਰਾਂ ਦੀ ਨੇਗੀ ਗੋਦ ਵਿੱਚ ਬੈਠ ਕਰਕੇ ਸੋਦਰ ਸ੍ਰੀ ਰਹਿਰਾ ਸਾਹਿਬ ਜੀ ਦਾ ਪਾਠ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਸਾਧ ਸੰਗਤ ਜੀ, ਆਪਾਂ ਪਿਛਲੇ ਹਫ਼ਤੇ ਪ੍ਰਸੰਗ ਵਿੱਚ ਸਰਵਣ ਕੀਤਾ ਹੈ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਹੁਣ ਸੁਲਤਾਨਪੁਰ ਲੋਧੀ ਵਿਖੇ ਆ ਗਏ ਹਨ, ਜਿੱਥੇ ਉਹਨਾਂ ਦੇ ਭੈਣ ਸਤਿਕਾਰਯੋਗ ਭੈਣ ਬੇਬੇ ਨਾਨਕੀ ਜੀ ਅਤੇ ਭਾਈ ਜੈ ਰਾਮ ਜੀ ਜੋ ਉਹਨਾਂ ਦਾ ਪਤੀ ਹੈ, ਉਹ ਸੁਲਤਾਨਪੁਰ ਲੋਧੀ ਵਿਖੇ ਰਹਿੰਦੇ ਹਨ। ਅਤੇ ਜਿਹੜਾ ਭਾਈ ਰਾਏ ਬੁਲਾਰ ਹੈ, ਜਿਹੜੇ ਲੜਾਈ ਝਗੜੇ ਹੁੰਦੇ ਹਨ ਬਾਬਾ ਕਾਲੂ, ਜਿੱਥੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨਾਲ
ਇਹ ਵੇਖ ਕਰਕੇ ਰਾਏ ਬੁਲਾਰ ਨੇ ਇਹ ਫਿਰ ਬੇਨਤੀ ਕੀਤੀ ਹੈ ਸਤਿਗੁਰਾਂ ਨੂੰ ਕਿ ਤੁਸੀਂ ਹੁਣ ਕੁਝ ਕੁ ਸਮਾਂ ਵਾਸਤੇ ਸੁਲਤਾਨਪੁਰ ਲੋਧੀ ਵਿਖੇ, ਜਿੱਥੇ ਬੇਬੇ ਨਾਨਕੀ ਜੀ ਰਹਿੰਦੇ ਹਨ, ਉਹਨਾਂ ਨਾਲ ਕੁਝ ਸਮਾਂ ਬਤੀਤ ਕਰੋ ਅਤੇ ਉੱਥੇ ਹੀ ਕਿਤੇ ਵਿਆਹ ਕਰਵਾ ਲਿਓ, ਤਾਂ ਕਿ ਇਹ ਜਿਹੜੇ ਲੜਾਈ ਝਗੜੇ ਹਨ ਇਹ ਨਾਸ ਹੋ ਜੂਗੇ ਹਨ, ਇਹ ਫਿਨਿਸ਼ ਹੋ ਜੂਗੇ ਹਨ। ਸੋ ਇਸੇ ਤਰ੍ਹਾਂ ਹੋਇਆ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਹੁਣ ਸੁਲਤਾਨਪੁਰ ਲੋਧੀ ਵਿਖੇ ਆ ਗਏ ਹਨ ਅਤੇ ਇੱਥੇ ਆਪ ਦੀ ਇੱਛਾ ਅਨੁਸਾਰ ਆਪ ਦੇ ਇਸ ਤਰ੍ਹਾਂ ਸਮਾਂ ਬਤੀਤ ਕਰਦੇ ਹਨ ਸਤਿਗੁਰੂ ਜੀ। ਅਤੇ ਆਪ ਦੇ ਮਨ ਵਿੱਚ ਇਸ ਤਰ੍ਹਾਂ ਫਿਰ ਸੋਚਿਆ ਤੇ ਬੇਨਤੀ ਕੀਤੀ ਬੇਬੇ ਨਾਨਕੀ ਜੀ ਨੂੰ ਅਤੇ ਭਾਈ ਜੈ ਰਾਮ ਜੀ ਨੂੰ ਕਿ ਆਪਾਂ ਹੁਣ ਤੁਹਾਡੇ ਘਰੇ ਰਹਿ ਰਹੇ ਹਾਂ ਤੇ ਇਸ ਤਰ੍ਹਾਂ ਚੰਗਾ ਵੀ ਨਹੀਂ ਹੈਗਾ ਵੀ ਆਪਾਂ ਆਪ ਦੀ ਮੌਜ ਅਨੁਸਾਰ ਇੱਥੇ ਰਹੀਏ ਅਤੇ ਕੋਈ ਕੰਮ ਕਾਜ ਆਪਾਂ ਨਾ ਕਰੀਏ। ਇਹ ਕੋਈ ਚੰਗਾ ਨਹੀਂ ਹੈਗਾ, ਇਹ ਯੋਗ ਨਹੀਂ ਬਣਦਾ। ਅਤੇ ਬੇਨਤੀ ਕੀਤੀ ਹੈ ਬੇਬੇ ਨਾਨਕੀ ਜੀ ਨੂੰ ਅਤੇ ਭਾਈ ਜੈ ਰਾਮ ਜੀ ਨੂੰ ਵੀ ਕੋਈ ਵੀ ਜੋ ਤੁਹਾਨੂੰ ਕੋਈ ਕੰਮ ਵਧੀਆ ਲੱਗੂਗਾ ਤੁਸੀਂ ਸਾਨੂੰ ਦੱਸ ਦਿਓ, ਆਪਾਂ ਉਹ ਕੰਮ ਵਿੱਚ ਲੱਗ ਜਾਵਾਂਗੇ। ਅਤੇ ਪਹਿਲਾਂ ਬੇਬੇ ਨਾਨਕੀ ਜੀ ਨਾ ਕਰਦੇ ਹਨ ਅਤੇ ਭਾਈ ਜੈ ਰਾਮ ਜੀ ਬੇਨਤੀ ਕਰਦੇ ਹਨ ਸਤਿਗੁਰਾਂ ਨੂੰ ਕਿ ਤੁਸੀਂ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਹੋ, ਤੁਹਾਨੂੰ ਇਹ ਕਾਜਾਂ ਵਿੱਚ ਕੋਈ ਫਸਣ ਦੀ ਲੋੜ ਨਹੀਂ ਹੈ। ਸੋ ਸੰਸਾਰੀ ਕੰਮ ਨੇ, ਤੁਸੀਂ ਪ੍ਰੇਮਾ ਭਗਤੀ ਵਿੱਚ ਲੀਨ ਰਹੋ, ਪ੍ਰੇਮੀ ਭਗਤੀ ਦਾ ਉਪਦੇਸ਼ ਤੁਸੀਂ ਫੈਲਾਉਣਾ ਕਰੋ। ਸੋ ਸੰਤਾਂ ਦੇ ਨਾਲ ਚਰਚਾ ਕਰਿਆ ਕਰੋ, ਇਸ ਤਰ੍ਹਾਂ ਸੰਗਤ ਕਰਿਆ ਕਰੋ, ਸੋ ਰੱਬ ਦਾ ਨਾਮ ਸੋ ਉਹਦਾ ਫੈਲਾਉਣਾ ਕਰੋ। ਅਤੇ ਭਾਈ ਜੈ ਰਾਮ ਜੀ ਇਸ ਤਰ੍ਹਾਂ ਪਹਿਲਾਂ ਨਾ ਕਰਦੇ ਹਨ ਅਤੇ ਸਤਿਗੁਰੂ ਜੀ ਫੇਰ ਕਹਿੰਦੇ ਹਨ, ਸਿੱਖਿਆ ਦਿੰਦੇ ਹਨ ਸਾਰਿਆਂ ਨੂੰ ਅਤੇ ਸਾਨੂੰ ਵੀ ਕਿ ਪਹਿਲਾਂ ਜੋ ਸੋ ਵੇਦਾਂ ਵਿੱਚ ਲਿਖਿਆ ਹੋਇਆ ਹੈ ਇਹ ਵਧੀਆ ਕੰਮ ਹੁੰਦਾ ਜੋ ਆਪ ਕੰਮ ਕਰਕੇ ਆਪ ਖਾਣਾ ਕਰੇ ਤੇ ਫਿਰ ਵੰਡ ਕੇ ਵੀ ਛਕੇ, ਹੋਰਾਂ ਨੂੰ ਵੀ ਖਵਾਉਣਾ ਕਰੇ। ਗੁਰੂ ਖਾਲਸੇ ਨੂੰ ਸੋ ਦਸਵੰਧ ਆਪਦੇ ਕਮਾਈ ਵਿੱਚੋਂ ਕੱਢ ਕੇ ਗੁਰੂ ਖਾਲਸੇ ਨੂੰ ਦੇਣਾ ਕਰੇ। ਅਤੇ ਇਸੇ ਤਰ੍ਹਾਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵੀ ਸਿੱਖਿਆ ਦਿੰਦੇ ਹਨ, ਜੋ ਪੰਜਾਂ ਸਿੰਘਾਂ ਵਿੱਚ ਆਪ ਸੋ ਪ੍ਰਵੇਸ਼ ਹੁੰਦੇ ਹਨ, ਤਿਆਰ ਪ੍ਰਤਿਆਰ ਸਿੰਘਾਂ ਵਿੱਚ, ਜੋ ਪੰਜਾਂ ਸਿੰਘਾਂ ਨੂੰ ਲੰਗਰ ਛਕਾ ਲੈਂਦਾ ਹੈ, ਜੋ ਵੀ ਮਨੋਕਾਮਨਾ ਹੈਗੀਆਂ ਹਨ ਉਹ ਪੂਰੇ ਹੋ ਜਾਂਦੇ ਹਨ। ਇਸ ਤਰ੍ਹਾਂ ਇਹ ਮਹਾਨਤਾ ਸੋ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਪਹਿਲਾਂ ਹੀ ਦਰਸਾ ਦਿੱਤੀ ਸੀ ਵੀ ਜੋ ਆਪ ਦੀ ਕਮਾਈ ਕਰਕੇ ਆਪ ਦੇ ਕਮਾਈ ਵਿੱਚੋਂ ਦਸਵੰਧ ਕੱਢ ਕੇ ਸੋ ਸਾਧੂ ਸੰਤਾਂ ਨੂੰ ਗੁਰੂ ਖਾਲਸੇ ਨੂੰ ਦੇਣਾ ਕਰੀ ਆਪਾਂ, ਤਾਂ ਕਿ ਸਾਡੀ ਕਮਾਈ ਉਹ ਵੀ ਸਫਲ ਹੁੰਦੀ ਹੈ ਅਤੇ ਸਾਡਾ ਪਾਰ ਉਤਾਰਾ ਵੀ ਇਸ ਤਰ੍ਹਾਂ ਹੋ ਸਕਦਾ ਹੈ ਸੇਵਾ ਕਰਕੇ ਸੰਗਤ ਦੀ। ਤੇ ਇਸ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਬੇਬੇ ਨਾਨਕੀ ਜੀ ਅਤੇ ਭਾਈ ਜੈ ਰਾਮ ਜੀ ਨੂੰ ਸੋ ਸਮਝਾਉਣਾ ਕੀਤਾ ਅਤੇ ਫਿਰ ਉਹ ਕਹਿੰਦੇ ਕਿ ਤੁਸੀਂ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਹੋ, ਆਪਾਂ ਤੁਹਾਡਾ ਹੁਕਮ ਵੀ ਨਹੀਂ ਸੋ ਨਾ ਕਰ ਸਕਦੇ, ਜੋ ਵੀ ਤੁਹਾਡਾ ਹੁਕਮ ਹੈ ਆਪਾਂ ਮਨਜ਼ੂਰ ਕਰਦੇ ਹਾਂ। ਭਾਈ ਜੈ ਰਾਮ ਜੀ ਦੱਸਦੇ ਹਨ ਕਿ ਸੋ ਦੌਲਤ ਖਾਨ ਜਿਹੜਾ ਹੈ ਉਹ ਸੁਲਤਾਨਪੁਰ ਦਾ ਸੋ ਨਵਾਬ ਹੈ ਤੇ ਇਸ ਤਰ੍ਹਾਂ ਕਹਿਣਾ ਕਰਦਾ ਆਪਾਂ ਉਹਨੂੰ ਜਾ ਕੇ ਪੁੱਛਦੇ ਹਾਂ, ਸ਼ੁਭ ਦਿਨ ਹੈ, ਆਪਾਂ ਹੁਣੇ ਜਾ ਕੇ ਪੁੱਛਦੇ ਹਾਂ, ਮੋਦੀ ਖਾਨੇ ਦਾ ਜਿਹੜਾ ਕੰਮ ਹੈ ਉਹ ਤੁਸੀਂ ਸ਼ੁਰੂ ਕਰ ਸਕਦੇ ਹੋ। ਸੋ ਮੋਦੀ ਖਾਨਾ ਉਹ ਕੰਮ ਹੈ ਸੋ ਪੁਰਾਣੇ ਸਮੇਂ ਵਿੱਚ ਜਦੋਂ ਟੈਕਸ ਲਿਆ ਕਰਦੇ ਸੀ, ਜਿਹੜੇ ਕਿਸਾਨ ਸੀ ਉਹਨਾਂ ਤੋਂ ਅੰਨ ਰੂਪੀ ਫਿਰ ਇਸ ਤਰ੍ਹਾਂ ਟੈਕਸ ਲੈਂਦੇ ਹੁੰਦੇ ਸੀ ਤੇ ਸਾਰਾ ਇਸ ਤਰ੍ਹਾਂ ਸੌਦਾ ਇਕੱਠਾ ਕਰਕੇ ਜਿਹੜਾ ਮੋਦੀ ਖਾਨਾ ਹੁੰਦਾ ਹੈ ਉੱਥੇ ਫਿਰ ਸੌਦਾ ਲਿਆ ਕੇ ਜਿਹੜੇ ਫੌਜੀ ਹਨ ਉਹ ਉੱਥੋਂ ਫਿਰ ਸਾਰਾ ਸੌਦਾ ਖਰੀਦਦੇ ਹਨ। ਸੋ ਇਸੇ ਤਰ੍ਹਾਂ ਜਿਹੜਾ ਨਵਾਬ ਦੌਲਤ ਖਾਨ ਸੀ, ਜਦੋਂ ਉੱਥੇ ਗਏ ਦੌਲਤ ਖਾਨ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਇਹ ਸਤਿਗੁਰੂ ਜੀ ਹਨ ਤੇ ਇਹਨਾਂ ਤੋਂ ਵਧੀਆ ਮੋਦੀ ਖਾਨਾ ਦਾ ਕੰਮ ਵਧੀਆ ਹੋ ਸਕਦਾ ਹੈ। ਸੋ ਸਤਿਗੁਰਾਂ ਦਾ ਸਰੂਪ ਵੀ ਵੇਖ ਕਰਕੇ ਉਹਨੂੰ ਪਤਾ ਲੱਗ ਗਿਆ ਸੀ। ਉਹਨੇ 1000 ਰੁਪਏ ਦਿੱਤੇ ਤੇ ਭਾਈ ਬਾਲਾ ਜੀ ਤੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਫਿਰ ਸੌਦਾ ਸਾਰਾ ਖਰੀਦ ਕੇ ਉੱਥੇ ਸੋ ਦੁਕਾਨ ਜਿਹੜੀ ਸੀ ਉਹ ਸ਼ੁਰੂ ਕਰ ਦਿੱਤੀ। ਜਿਹੜੇ ਸਾਰੇ ਗਰੀਬ ਸਨ ਉੱਥੇ ਬਹੁਤ ਫਿਰ ਸਾਰੇ ਆਉਣ ਲੱਗ ਗਏ ਸੀ, ਜ਼ਿਆਦੇ ਸੋ ਲੋਕ ਸਤਿਗੁਰਾਂ ਦੀ ਹੀ ਦੁਕਾਨ ਤੇ ਆਉਂਦੇ ਸੀ, ਇੱਥੇ ਭੀੜ ਬਣੀ ਰਹਿੰਦੀ ਸੀ ਸਾਰਾ ਦਿਨ। ਅਤੇ ਜਿਹੜੇ ਗਰੀਬ ਮੰਗਤੇ ਸੀ ਵੀ ਉਹਨਾਂ ਨੇ ਸਾਰੀ ਸਤਿਗੁਰਾਂ ਦੀ ਮਹਿਮਾ ਸੁਣ ਕਰਕੇ ਭੱਜ ਕੇ ਦੌੜ ਕੇ ਆਉਂਦੇ ਸੀ ਸਤਿਗੁਰਾਂ ਕੋਲ, ਕੋਈ ਨੂੰ ਖਾਲੀ ਨਹੀਂ ਜਾਣ ਦਿੰਦੇ ਸੀ ਸਤਿਗੁਰੂ ਜੀ। ਜੋ ਵੀ ਨੰਗੇ ਭੁੱਖੇ ਜਿਹੜੇ ਸੀ ਮੰਗਤੇ ਉਹਨਾਂ ਨੂੰ ਸਾਰਿਆਂ ਨੂੰ ਸੋ ਧਨ ਵਸਤੂ ਦੇ ਕਰਕੇ ਉਹਨਾਂ ਨੂੰ ਪ੍ਰਸੰਨ ਕਰਦੇ ਸੀ, ਬਖਸ਼ਿਸ਼ ਦਿੰਦੇ ਸੀ। ਤੇ ਇਸ ਤਰ੍ਹਾਂ ਭਾਈ ਪਾਲਾ ਜੀ ਵੀ ਦੱਸਦੇ ਹਨ ਕਿ ਇਸ ਤਰ੍ਹਾਂ ਕੌਤਕਾਂ ਹੁੰਦੀਆਂ ਸੀ ਵੀ ਜੋ ਵੀ ਕੋਈ ਵਸਤੂ ਪਿਆ ਹੁੰਦਾ ਸੋ ਮੰਗਤੇ ਨੂੰ ਦੇਖ ਕਰਕੇ ਉਹ ਘਟਦਾ ਨਹੀਂ ਸੀ, ਉੱਥੇ ਜਿੰਨਾ ਪਿਆ ਹੁੰਦਾ ਸੀ ਓਨਾ ਹੀ ਪਿਆ ਰਹਿੰਦਾ ਸੀ। ਇਹ ਸਤਿਗੁਰਾਂ ਦੀ ਸ਼ਕਤੀ ਭਾਈ ਪਾਲਾ ਜੀ ਦੱਸ ਰਹੇ ਸੀ। ਤੇ ਇਸ ਤਰ੍ਹਾਂ ਫਿਰ ਬਹੁਤ ਸਾਰੀ ਮਹਿਮਾ ਫੈਲਾਉਣ ਲੱਗ ਪਏ ਸਾਰੇ ਕਿ ਸਤਿਗੁਰਾਂ ਦੀ ਦੁਕਾਨ ਜਿਹੜੀ ਮੋਦੀ ਖਾਨਾ ਦਾ ਕੰਮ ਹੈ ਸੇ ਮੰਗਤਿਆਂ ਨੂੰ ਪਤਾ ਲੱਗ ਗਿਆ, ਸਾਰੇ ਦੌੜ ਕੇ ਉੱਥੇ ਹੀ ਜਾਂਦੇ ਸੀ। ਦੌਲਤ ਖਾਨ ਕੋਲੇ ਘੱਟ ਜਾਣ ਲੱਗ ਗਏ ਸੀ, ਸਤਿਗੁਰਾਂ ਦਾ ਦੁਕਾਨ ਸੋ ਉੱਥੇ ਹੀ ਭੀੜ ਰਹਿੰਦੀ ਸੀ ਸਾਰਾ ਦਿਨ।
ਤੇ ਇੱਥੇ ਫਿਰ ਪ੍ਰਸੰਗ ਆਪਾਂ ਪਿਛਲੇ ਹਫਤੇ ਛੱਡਿਆ ਸੀ। ਸੋ ਆਓ ਹੁਣ ਸਾਧ ਸੰਗਤ ਜੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਮੁਕਤੀ ਦੇਣ ਵਾਲੀ ਕਥਾ ਜਿਹੜੀ ਹੈ, ਸੋ ਸੁੰਦਰ ਜਿਹੜੀ ਕਥਾ ਹੈ, ਆਪਾਂ ਸਾਰੇ ਹੁਣ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਪ੍ਰੇਮ ਸ਼ਰਧਾ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਕੀਰਤ ਪਸਰੀ ਪੁਰ ਸਰਬ। ਸੋ ਹੁਣ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਜਿਹੜੀ ਕੀਰਤੀ ਹੈ, ਮਹਿਮਾ ਹੈ, ਬਹੁਤ ਸਾਰਾ ਫੈਲਣ ਲੱਗੀ ਹੈ, ਬਹੁਤ ਸਾਰਾ ਸੋ ਮਹਿਮਾ ਹੋਣ ਲੱਗੀ ਹੈ ਤਲਵੰਡ ਨਗਰੀ ਵਿੱਚ, ਸੁਲਤਾਨਪੁਰ ਵਿਖੇ। ਘਰ ਘਰ ਪੀ ਭਰਪੂਰ। ਅਤੇ ਘਰਾਂ ਘਰਾਂ ਵਿੱਚ ਬਹੁਤ ਸਾਰੀ ਮਹਿਮਾ ਭਰਪੂਰ ਹੋ ਰਹੀ ਹੈ ਸਤਿਗੁਰਾਂ ਦੀ। ਕਿਤੋਂ ਚੰਦ ਕੀ ਚਾਂਦਨੀ। ਸੋ ਜਿਸ ਤਰ੍ਹਾਂ ਪੂਰਨਮਾਸ਼ੀ ਦਾ ਚੰਦ ਹੋਵੇ, ਜਿਸ ਤਰ੍ਹਾਂ ਉਹਦੀ ਚਾਂਦਨੀ ਹੁੰਦੀ ਹੈ, ਜਿਉ ਚਕੋਰ ਪ੍ਰਿਅਰੂਰ। ਤੇ ਜਿਹੜੇ ਚਕੋਰ ਹੁੰਦੇ ਹਨ ਉਹਨਾਂ ਨੂੰ ਬਹੁਤ ਹੀ ਸੋ ਸੁੰਦਰ ਲੱਗਦਾ ਹੈ, ਬਹੁਤ ਪ੍ਰਸੰਨ ਹੁੰਦੇ ਹਨ ਸੋ ਚਾਂਦਨੀ ਵੇਖ ਕਰਕੇ। ਇਸੇ ਤਰ੍ਹਾਂ ਜਿਹੜੇ ਸਾਰੇ ਮੰਗਤੇ ਹਨ, ਲੋਕ ਹਨ ਨਗਰੀ ਦੇ, ਸੁਲਤਾਨਪੁਰ ਦੇ, ਬਹੁਤ ਸਾਰੇ ਖੁਸ਼ ਪ੍ਰਸੰਨ ਹੁੰਦੇ ਹਨ ਸਤਿਗੁਰਾਂ ਦੀ ਮਹਿਮਾ ਸੁਣ ਕਰਕੇ। ਬਹੁਤ ਹੁੰਦੀ ਹੈ ਮਹਿਮਾ। ਮਾਸ ਮਾਸ ਲੇਖਾ ਹੋਵੇ। ਤੇ ਮਹੀਨੇ ਮਹੀਨੇ ਬਾਅਦ ਸੋ ਜਿਹੜਾ ਲੇਖਾ ਜੋਖਾ ਹੈ, ਹਿਸਾਬ ਕਿਤਾਬ ਹੈ ਮੋਦੀ ਖਾਨੇ ਦਾ ਕੰਮ ਕਰਦਾ, ਹਾਂਜੀ, ਜਾਹੇ ਵਹੀ ਲੈ ਹਾਥ। ਸਤਿਗੁਰੂ ਜਿਹੜੀ ਵਹੀ ਸੀ ਉਹ ਨਾਲ ਆਪਦੇ ਹੱਥ ਵਿੱਚ ਹੀ ਲਿਆ ਕਰਦੇ ਸੀ। ਸੰਖਿਆ ਕਰ ਸਭ ਦਿਵਸ ਕੀ। ਅਤੇ ਦਿਨੋਂ ਦਿਨ ਹੀ ਸਤਿਗੁਰੂ ਦੀ ਉਸੇ ਹੀ ਦਿਨ ਸਤਿਗੁਰੂ ਜੀ ਜਿਹੜਾ ਲੇਖਾ ਹਿਸਾਬ ਕਿਤਾਬ ਹੈ ਉਹ ਲਿਖ ਕਰਕੇ ਕਰ ਲੈਂਦੇ ਸੀ। ਬੈਸ ਹੈ ਲੇਖਕ ਸਾਥ। ਸੋ ਦਿਨ ਬਾਅਦ ਹੀ ਬੈਠ ਕਰਕੇ ਸਤਿਗੁਰੂ ਜੀ ਚੰਗੀ ਤਰ੍ਹਾਂ ਨਾਲ ਸਾਰਾ ਹਿਸਾਬ ਕਿਤਾਬ ਲੇਖਾ ਕਰ ਦਿੰਦੇ ਸੀ। ਸੋਰਠਾ ਜਬ ਜਬ ਲੇਖਾ ਹੋਏ ਤਬ ਤਬ ਬਾਤਾਂ ਨਿਕਸਈ। ਸੋ ਜਿਸ ਤਰ੍ਹਾਂ ਸਤਿਗੁਰੂ ਜੀ ਸੋ ਲੇਖਾ ਕਰਦੇ ਸੀ, ਸੋ ਹਿਸਾਬ ਕਿਤਾਬ ਕਰਦੇ ਸੀ, ਤਬ ਤਬ ਬਾਤਾਂ ਨਿਕਸਈ, ਜਦੋਂ ਕਰਕੇ ਹਟਦੇ ਸੀ ਉੱਥੇ ਪਤਾ ਲੱਗਦਾ ਸੀ ਵੀ ਉਹਨਾਂ ਦਾ ਇੱਕ ਵਾਧਾ ਹੀ ਹੋਇਆ। ਜਿਹੜਾ ਦੌਲਤ ਖਾਂ ਸੀ ਉਹ ਸਤਿਗੁਰੂ ਨੂੰ ਵਾਧਾ ਹੀ ਦੇਣਾ ਸੀ ਉਹਨੇ। ਬਿਸਮੈ ਮਨ ਸੁਨ ਲੋਏ ਕੋ। ਅਤੇ ਜਿਹੜੇ ਲੋਕ ਸੀ ਉਹ ਇਸ ਤਰ੍ਹਾਂ ਸੁਣ ਕਰਕੇ ਕੋ ਕਰਾਈ ਈਰਖਾ। ਕਿਉਂ ਕਰਕੇ ਦੌਲਤ ਖਾਨ ਨੂੰ ਵੱਧ ਦੇਣੇ ਸੀ, ਸੋ ਸਤਿਗੁਰੂ ਨੂੰ ਵੱਧ ਦੇਣੇ ਸੀ ਪੈਸੇ। ਲੋਕ ਸੁਣ ਕਰਕੇ ਬਹੁਤ ਹੀ ਈਰਖਾ ਕਰਦੇ ਸੀ ਵੀ ਪ੍ਰੋਫਿਟ ਹੋ ਗਿਆ ਹੈ ਸਤਿਗੁਰਾਂ ਨੂੰ। ਨਹਿ ਜਾਣੈ ਮਤ ਮੰਦ। ਅਤੇ ਜਿਹੜੇ ਮੰਦੀ ਮਤ ਵਾਲੇ ਲੋਕ ਹਨ ਇਸ ਤਰ੍ਹਾਂ ਉਹ ਨਹੀਂ ਜਾਣਦੇ। ਇਹ ਕਰਤਾਰ ਸਰੂਪ ਹੈ। ਸੋ ਇਹ ਅਕਾਲ ਪੁਰਖ ਵਾਹਿਗੁਰੂ ਕਰਤਾਰ ਜੋ ਸੰਸਾਰ ਨੂੰ ਰਚਣ ਵਾਲਾ ਹੈ, ਇਹ ਉਹਨਾਂ ਦਾ ਸਰਗੁਣ ਸਰੂਪ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਹਨ। ਆਨੰਦ ਕੰਦ ਮੁਕੰਦ। ਸਤ ਚਿਤ ਆਨੰਦ ਸਰੂਪ ਅਕਾਲ ਪੁਰਖ ਵਾਹਿਗੁਰੂ ਜੋ ਮੁਕਤੀ ਦੇਣ ਵਾਲੇ ਹਨ। ਯਾ ਕੋ ਕਛ ਅਚਰਜ ਨਹੀਂ। ਤੇ ਇਸ ਤਰ੍ਹਾਂ ਫਿਰ ਸੋ ਉਹਨਾਂ ਨੂੰ ਕੀ ਅਚਰਜ ਹੋਣਾ, ਉਹਨਾਂ ਨੇ ਕੀ ਅਚਰਜ ਹੋਣਾ ਹੈ ਪੈਸਾ ਲੈ ਕਰਕੇ। ਸੋ ਇਸ ਹੀ ਤਰ੍ਹਾਂ ਜਿਹੜੇ ਲੋਕ ਸੀ ਉਹ ਈਰਖਾ ਕਰਦੇ ਸੀ ਕਿ ਸਤਿਗੁਰੂ ਨੂੰ ਪ੍ਰੋਫਿਟ ਹੋ ਗਿਆ ਹੈ, ਪਰ ਸਾਧ ਸੰਗਤ ਜੀ ਸਤਿਗੁਰੂ ਜੀ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਹਨ। ਉਹਨਾਂ ਨੇ ਕੀ ਇਸ ਤਰ੍ਹਾਂ ਪ੍ਰਸੰਨ ਹੋਣਾ ਹੈ ਪੈਸਾ ਲੈ ਕਰਕੇ। ਸੁਤਨਾ ਦੌਲਤ ਖਾਨ। ਤੇ ਕਈ ਲੋਕ ਫਿਰ ਦੌਲਤ ਖਾਨ ਨੂੰ ਜਾ ਕਰਕੇ ਜਦੋਂ ਉਹਨੂੰ ਪਤਾ ਲੱਗਦਾ ਸੀ ਵੀ ਹਾਂਜੀ ਬਾਦ ਦਰਬ ਕੋ ਖੋਬਈ। ਉੱਥੇ ਜਾ ਕਰਕੇ ਲੋਕ ਦੱਸਦੇ ਸੀ ਵੀ ਉਹਨਾਂ ਦਾ ਘਾਟਾ ਹੋਇਆ ਹੈ, ਘਾਟਾ ਹੋਏ ਨਿਦਾਨ। ਅਤੇ ਲੋਕ ਉੱਥੇ ਜਾ ਕਰਕੇ ਸੋ ਇਸ ਤਰ੍ਹਾਂ ਦੱਸਦੇ ਸੀ ਵੀ ਉੱਥੇ ਘਾਟਾ ਹੋ ਗਿਆ ਹੈ ਉਹਨਾਂ ਦੀ ਦੁਕਾਨ ਵਿੱਚ। ਗਹਿਓ ਜਾਏ ਦੁਖ ਪਾਵਈ। ਈਰਖਾ ਕਰਨ ਵਾਲੇ ਲੋਕ ਇਸ ਤਰ੍ਹਾਂ ਫਿਰ ਵਿਚਾਰ ਕਰਦੇ ਸੀ ਆਪਸ ਵਿੱਚ ਕਿ ਇਹਨਾਂ ਦਾ ਘਾਟਾ ਹੋਇਆ ਹੈ, ਘਰੇ ਜਾ ਕਰਕੇ ਇਹਨਾਂ ਨੇ ਆਪ ਹੀ ਦੁੱਖ ਪਾਉਣਾ ਹੈ। ਕੋ ਅਸ ਕਰਤ ਉਚਾਰ। ਪਰ ਜਿਹੜੇ ਕਈ ਲੋਕ ਸੀ, ਜਿਹੜੇ ਸੋ ਚੰਗੇ ਲੋਕ ਸੀ, ਉਹ ਇਸ ਤਰ੍ਹਾਂ ਉਚਾਰਦੇ ਸੀ। ਕੋ ਇੱਕ ਭਾਖਤ ਅਪਰਗਤ। ਇਸ ਤਰ੍ਹਾਂ ਆਪਸ ਵਿੱਚ ਵਿਚਾਰ ਕਰਦੇ ਸੀ ਮੁਕਤੀ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਬਾਰੇ। ਦੇਵਤ ਦਾਨ ਉਤਾਰ। ਕਿ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ, ਸੋ ਬਹੁਤ ਸਾਰਾ ਗਰੀਬਾਂ ਨੂੰ ਦਾਨ ਦੇ ਕਰਕੇ, ਮੰਗਤਿਆਂ ਨੂੰ ਦਾਨ ਦੇ ਕੇ ਉਹਨਾਂ ਦੀ ਪਾਰ ਉਤਾਰਾ ਕਰਦੇ ਆ। ਬਰਕਤ ਜਾਂ ਤੇ ਅਤਕ ਹੈ। ਅਤੇ ਇੰਨਾ ਸਾਰਾ ਦਾਨ ਦੇਣ ਕਰਕੇ ਉਹਨਾਂ ਦੀ ਕਮਾਈ ਵਿੱਚ ਬਹੁਤ ਸਾਰੀ ਬਰਕਤ ਹੋਵੇਗੀ। ਇਸ ਤਰ੍ਹਾਂ ਚੰਗੇ ਲੋਕ ਵਿਚਾਰ ਕਰਦੇ ਹਨ। ਸਵਈਆ ਜਾਚਕ ਕੀਰਤਕ ਦਾਨ ਕੋ ਲੇ। ਤੇ ਜਿਹੜੇ ਸੋ ਮੰਗਤੇ ਹਨ, ਜਦੋਂ ਉਹਨਾਂ ਨੂੰ ਪਤਾ ਲੱਗਦਾ ਜਿਹੜੀ ਸਾਰੀ ਮਹਿਮਾ ਫੈਲੀ ਹੈ ਸਤਿਗੁਰਾਂ ਦੀ ਕੀਰਤੀ, ਸੋ ਜਿਹੜੇ ਵੱਖਰੇ ਵੱਖਰੇ ਮੰਗਤੇ ਲੋਕ ਹਨ
ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ। ਤਲਵੰਡੀ ਗਏ ਨਤ ਭੂਰ ਤੇ ਉਚਾਰੀ। ਜਿਹੜੇ ਉਹ ਮੰਗਤੇ ਕਈ ਹਨ, ਉਹ ਤਲਵੰਡੀ ਜਿੱਥੇ ਸਤਿਗੁਰੂ ਦੀ ਬਾਬਾ ਕਾਲੂ ਦੀ ਮਾਤਾ ਤ੍ਰਿਪਤਾ ਜੀ ਰਹਿੰਦੇ ਹਨ, ਰਾਏਪੁਰ ਦੀ ਤਲਵੰਡੀ, ਕਹਿੰਦੇ ਜਿਹੜੇ ਕਈ ਮੰਗਤੇ ਗਰੀਬ ਹਨ, ਉੱਥੇ ਜਾ ਕਰਕੇ ਬਹੁਤ ਸਾਰੀ ਮਹਿਮਾ ਫੈਲਾਉਂਦੇ ਹਨ ਸਤਿਗੁਰਾਂ ਦੀ। ਮੋਤੀ ਭਇਓ ਨਿਰਪ ਦੌਲਤ ਖਾਨ ਕੋ। ਕਿ ਇੱਕ ਜਿਹੜਾ ਦੌਲਤ ਖਾਨ ਹੈ, ਸੁਲਤਾਨਪੁਰ ਦਾ ਨਵਾਬ ਜਿਹੜਾ ਹੈ, ਸੋ ਉਹਨੇ ਇੱਕ ਮੋਤੀ ਰੱਖਿਆ ਹੈ। ਦਾਨ ਕੋ ਦੈਨ ਕਰਿਓ ਪ੍ਰਣ ਭਾਰੀ। ਅਤੇ ਉਹ ਗਰੀਬਾਂ ਨੂੰ, ਸੋ ਮੰਗਤਿਆਂ ਨੂੰ ਬਹੁਤ ਸਾਰਾ ਦਾਨ ਦਿੰਦਾ ਹੈ। ਕਿਸੇ ਨੂੰ ਭੁੱਖਾ ਨਹੀਂ ਜਾਣ ਦਿੰਦਾ, ਕਿਸੇ ਨੂੰ ਖਾਲੀ ਹੱਥ ਨਹੀਂ ਜਾਣ ਦਿੰਦਾ, ਸੋ ਬਹੁਤ ਸਾਰਾ ਦਾਨ ਦਿੰਦਾ ਹੈ, ਖੁਸ਼ ਪ੍ਰਸੰਨ ਕਰਦਾ ਹੈ। ਨੰਗ ਸ਼ੁਧਾਤਰ ਦੇਖ ਸਕੈ ਤੇ ਨਹਿ। ਜਿਹੜੇ ਨੰਗੇ, ਸੋ ਭੁੱਖੇ ਲੋਕ ਹਨ ਮੰਗਤੇ, ਉਹਨਾਂ ਨੂੰ ਦੇਖ ਨਹੀਂ ਸਕਦੇ ਸਤਿਗੁਰੂ ਜੀ। ਸੰਪਤ ਬ੍ਰਿਧ ਭਈ ਸੁਖਕਾਰੀ। ਇਸੇ ਤਰ੍ਹਾਂ ਸੁਖ ਦੇਣ ਵਾਸਤੇ ਸਾਰਿਆਂ ਨੂੰ, ਸੋ ਖਾਲੀ ਹੱਥ ਨਹੀਂ ਜਾਣ ਦਿੰਦੇ, ਖੁਸ਼ ਪ੍ਰਸੰਨ ਕਰਕੇ ਦਾਨ ਦਿੰਦੇ ਹਨ, ਵਸਤੂ ਦਿੰਦੇ ਹਨ। ਪੁੰਨਮਤੀ ਕ੍ਰਿਤ ਧਨਵਤੀ ਜਿਹੇ। ਤੇ ਇਸ ਤਰ੍ਹਾਂ ਫਿਰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਬਹੁਤ ਸਾਰੀ ਮਹਿਮਾ, ਸੋ ਇਸ ਤਰ੍ਹਾਂ ਗਰੀਬ ਜਾ ਕਰਕੇ ਕਰਦੇ ਹਨ। ਜਾਚਕ ਭੀਰ ਹੈ ਤਾਹਿ ਕੋ ਦਵਾਰੀ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਦੁਕਾਨ ਤੇ ਦੁਆਰੀ ਤੇ, ਸੋ ਦਰਵਾਜ਼ੇ ਤੇ ਬਹੁਤ ਸਾਰੀ ਸਾਰਾ ਦਿਨ ਪੀੜਾ ਬਣੀ ਹੁੰਦੀ ਹੈ ਮੰਗਤਿਆਂ ਦੀ, ਫੌਜੀਆਂ ਦੀ। ਜਾਚਕ ਜੇ ਤਲਵੰਡੀ ਹੋਤੇ ਸਭ। ਤੇ ਇਸ ਤਰ੍ਹਾਂ ਜਿਹੜੇ ਸੋ ਤਲਵੰਡੀ ਦੇ ਜਾਚਕ ਹਨ, ਮੰਗਤੇ ਹਨ, ਗਰੀਬ ਹਨ, ਆਵਤ ਭੇਤਨ ਲੈਣ ਕੀ ਆਸਾ। ਸੋ ਉਹਨਾਂ ਦੀ ਫਿਰ ਇੱਛਾ ਆਸਾ ਬਣਦੀ ਹੈ ਕਿ ਆਪਾਂ ਵੀ ਉੱਥੇ ਜਾ ਕਰਕੇ ਕੋਈ ਵਸਤੂ ਲਈਏ। ਉਹਨਾਂ ਦੀ ਵੀ ਇੱਛਾ ਬਣਦੀ ਹੈ ਤਨ ਦੀ, ਸਾਰੀ ਮਹਿਮਾ ਸੁਣ ਕਰਕੇ ਸਤਿਗੁਰਾਂ ਦੀ। ਜੋ ਜਿਸ ਜਾਚਨਾ ਅਨਕ ਕੀਰਤ। ਅਤੇ ਇਸ ਤਰ੍ਹਾਂ ਸੁਣ ਕਰਕੇ ਫਿਰ ਉਹ ਵੀ ਦੌੜ ਦੌੜ ਕੇ ਜਾਂਦੇ ਹਨ ਸਤਿਗੁਰਾਂ ਦੇ ਮੋਦੀ ਖਾਨੇ ਤੇ। ਆਵਤ ਭੇ ਗਇਓ ਕੋ ਨਾ ਨਿਰਾਸਾ। ਅਤੇ ਉੱਥੇ ਜਾ ਕਰਕੇ ਉਹ ਵੀ ਆਪਦੀਆਂ ਆਸਾਂ ਪੂਰੀਆਂ ਕਰਦੇ ਹਨ, ਉੱਥੇ ਜਾ ਕਰਕੇ ਵਸਤੂ ਲੈਂਦੇ ਹਨ, ਸਤਿਗੁਰਾਂ ਤੋਂ ਪ੍ਰਸੰਨ ਹੁੰਦੇ ਹਨ। ਕੀਰਤ ਕੋ ਸੁਨ ਰਾਏ ਬੁਲਾਰ। ਤੇ ਇੰਨੀ ਸਾਰੀ ਕੀਰਤੀ ਜਿਹੜੀ ਮਹਿਮਾ ਹੈ ਸਤਿਗੁਰਾਂ ਦੀ, ਜਦੋਂ ਰਾਏ ਬੁਲਾਰ ਸੁਣਦਾ ਹੈ ਸਤਿਗੁਰਾਂ ਦੀ, ਆਨੰਦਤ ਪ੍ਰਾਪਤ ਜਿਉ ਸੁਖ ਰਸਾ। ਜਦੋਂ ਰਾਏ ਬੁਲਾਰ ਨੂੰ ਪਤਾ ਲੱਗਦਾ ਹੈ ਵੀ ਸਤਿਗੁਰਾਂ ਦੀ ਬਹੁਤ ਸਾਰੀ ਮਹਿਮਾ ਹੋ ਰਹੀ ਹੈ, ਕਿਉਂ ਕਰਕੇ ਉਹ ਸਤਿਗੁਰਾਂ ਦਾ ਸ਼ਰਧਾਲੂ ਹੈ, ਬਹੁਤ ਸਾਰੇ ਆਨੰਦ ਵਿੱਚ ਆ ਜਾਂਦਾ ਹੈ, ਬਹੁਤ ਸਾਰਾ ਸੁਖ ਪ੍ਰਾਪਤ ਕਰਦਾ ਹੈ। ਸੋਚ ਵਿਮੋਚਨ ਸਾਰਸ ਲੋਚਨ। ਸੋਚਾਂ ਨੂੰ ਨਾਸ਼ ਕਰਨ ਵਾਲੇ, ਸੋਚਾਂ ਨੂੰ ਨਾਸ਼ ਕਰਨ ਵਾਲੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ, ਜੋ ਉਹਨਾਂ ਦੇ ਨੇਤਰ ਕਮਲ ਰੂਪ ਹਨ, ਕਮਲ ਰੂਪ ਪਤਰੇ। ਰੂਪ ਬਿਲੋਕਨ ਚਾਹਤ ਪਾਸਾ। ਸੋ ਉਹਨਾਂ ਦੋ ਫਿਰ ਜੋ ਉਸ ਵਕਤ ਜਦੋਂ ਰਾਏ ਬੁਲਾਰ ਨੇ ਮਹਿਮਾ ਸੁਣੀ ਹੈ, ਉਹਦੀ ਵੀ ਇੱਛਾ ਬਣ ਗਈ ਆਪਦੇ ਹਿਰਦੇ ਵਿੱਚ ਵੀ ਮੈਂ ਸਤਿਗੁਰਾਂ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ। ਸ਼੍ਰਾਵਣ ਮੇ ਕਾਲੂ ਸੁਣੀ ਸੁਤ ਕੀ ਨੁਤ। ਅਤੇ ਜਿਹੜਾ ਬਾਬਾ ਕਾਲੂ ਜੀ ਹੈ, ਜਦੋਂ ਉਹਨੂੰ ਪਤਾ ਲੱਗਦਾ ਵੀ ਬਹੁਤ ਸਾਰੀ ਮਹਿਮਾ ਫੈਲੀ ਹੈ ਸਤਿਗੁਰਾਂ ਦੀ, ਜਦੋਂ ਉਹ ਸੁਣਦਾ ਹੈ, ਉਹ ਵੀ ਬੜਾ ਖੁਸ਼ ਪ੍ਰਸੰਨ ਹੁੰਦਾ ਹੈ। ਚਿਤ ਲਖੀ ਬਿਤ ਲੇਹ ਕਮਾਈ। ਆਪਦੇ ਮਨ ਵਿੱਚ ਸੋਚਦਾ ਹੈ, ਹੁਣ ਸਤਿਗੁਰੂ ਜੀ ਮੋਦੀ ਖਾਨੇ ਦਾ ਕੰਮਕਾਰ ਸ਼ੁਰੂ ਕਰ ਦਿੱਤਾ ਹੈ, ਉਹਨਾਂ ਨੇ ਬਹੁਤ ਹੀ ਕਮਾਈ ਕਰ ਲਈ ਹੋਣੀ ਹੈ, ਬਹੁਤ ਸਾਰਾ ਧਨ ਪੈਸਾ ਇਕੱਠਾ ਕਰ ਲਿਆ ਹੋਣਾ ਹੈ। ਤਦ ਭਪੂਰ ਉਦਾਰ ਅਹੇ ਧਨ। ਅਤੇ ਆਪਦੇ ਸੋ ਮਨ ਵਿੱਚ ਸੋਚਦਾ ਹੈ, ਪਰ ਫਿਰ ਵੀ ਸਤਿਗੁਰੂ ਜੀ ਸੋ ਉਹਨਾਂ ਨੂੰ ਨਹੀਂ ਸੋਝੀ ਹੈਗੀ, ਸੋ ਪੈਸਾ ਇਕੱਠਾ ਕਰਨ ਦਾ, ਸੋ ਰੱਖ ਕਰਕੇ ਰੱਖਣਾ ਹੁੰਦਾ ਹੈ, ਉਹ ਨਹੀਂ ਸੋਝੀ ਹੈਗੀ। ਕਮਾ ਲਿਆ ਹੋਣਾ ਪਰ ਚੰਗੀ ਤਰ੍ਹਾਂ ਸੋ ਇਕੱਠਾ ਕਰਕੇ ਰੱਖਿਆ ਨਹੀਂ ਹੋਣਾ। ਰਾਖਣ ਕੀਮਤ ਤਾਹਿ ਨ ਆਈ। ਜੋ ਆਪਦੇ ਮਨ ਵਿੱਚ ਸੋਚਦਾ ਉਹਨਾਂ ਨੂੰ ਰੱਖਣ ਦਾ, ਸੋ ਉਹ ਸੋਝੀ ਨਹੀਂ ਹੋਣੀ। ਆਪਾਂ ਉੱਥੇ ਜਾ ਕਰਕੇ ਸਮਝਾਉਂਦੇ ਹਾਂ ਉਹਨਾਂ ਨੂੰ। ਹਉ ਅਬ ਜਾਏ ਕੇ ਦੇਵ ਸਿਆਨਪ। ਆਪਾਂ ਸੁਲਤਾਨਪੁਰ ਲੋਧੀ ਵਿਖੇ ਜਾ ਕਰਕੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਅਤੇ ਭਾਈ ਬਾਲਨ ਨੂੰ ਇਹ ਸਿਆਣਪ, ਸੋ ਇਹ ਸਿੱਖਿਆ ਦੇਣਾ ਕਰਦੇ ਹਨ ਜਾ ਕਰਕੇ। ਆਨ ਹੋ ਜੇਤੋ ਕੀਓ ਇਕਠਾਈ। ਅਤੇ ਉੱਥੇ ਜਾ ਕਰਕੇ ਉਹਨਾਂ ਨੂੰ ਸਮਝਾਵਾਂਗੇ ਵੀ ਇੱਕ ਥਾਂ ਤੇ ਇਕੱਠੀ ਕਰਕੇ ਇਹ ਧਨ ਰੱਖੀ ਦੀ ਹੁੰਦੀ ਹੈ, ਜਮ੍ਹਾਂ ਕਰੀ ਦੀ ਹੁੰਦੀ ਹੈ। ਐਸੇ ਵਿਚਾਰ ਕੇ ਤਿਆਰ ਭਇਓ। ਇਸ ਤਰ੍ਹਾਂ ਆਪਦੇ ਮਨ ਵਿੱਚ ਵਿਚਾਰ ਕਰਕੇ ਬਾਬਾ ਕਾਲੂ ਜੀ ਉਸੇ ਹੀ ਵਕਤ ਫਿਰ ਤਿਆਰ ਹੋ ਗਿਆ ਹੈ ਜਾਣ ਵਾਸਤੇ। ਮਿਲਨੇ ਹਿਤ ਜਾਵਤ ਭਾਟਿਕ ਰਾਈ। ਅਤੇ ਉਸ ਵਕਤ ਫਿਰ ਤਿਆਰ ਹੋ ਕਰਕੇ ਪਹਿਲਾਂ ਰਾਏ ਬੁਲਾਰ ਦੇ ਘਰੇ ਜਾਂਦਾ ਹੈ। ਹਉ ਸੁਲਤਾਨਪੁਰੇ ਸੁਧ ਲੇਵਣ। ਰਾਏ ਬੁਲਾਰ ਨੂੰ ਜਾ ਕਰਕੇ ਬੇਨਤੀ ਕਰਦਾ ਹੈ, ਰਾਏ ਬੁਲਾਰ ਜੀ ਤੁਸੀਂ ਕਿਰਪਾ ਕਰੋ, ਆਪਾਂ ਹੁਣ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸੁਪੁੱਤਰ ਜੀ ਦੀ ਖਬਰ ਲੈਣ ਵਾਸਤੇ
ਆਪਾਂ ਸੁਲਤਾਨਪੁਰ ਲੋਧੀ ਵਿਖੇ ਜਾਣਾ ਚਾਹੁੰਦੇ ਹਾਂ। ਆਪ ਜੀ ਕਿਰਪਾ ਕਰੋ, ਮੈਨੂੰ ਜਾਣ ਦੇਣਾ ਕਰੋ। ਆਇਸ ਦੇਹੋ ਕਰੋ ਗਵਨਾ। ਆਪ ਜੀ ਹੁਕਮ ਕਰੋ, ਆਗਿਆ ਦੇਵੋ ਰਾਏ ਬੁਲਾਰ ਜੀ, ਸਾਨੂੰ ਜਾਣ ਦਿਓ। ਰਾਏ ਕਹੇ ਹਿਤ ਸੋ ਮਿਲੀਏ। ਇਸ ਤਰ੍ਹਾਂ ਸੁਣ ਕਰਕੇ ਫਿਰ ਰਾਏ ਬੁਲਾਰ ਵੀ ਹੁਕਮ ਦਿੰਦਾ, ਵਚਨ ਕਰਦਾ ਕਿ ਹੇ ਬਾਬਾ ਕਾਲੂ ਜੀ, ਉੱਥੇ ਜਾ ਕਰਕੇ ਪਿਆਰ ਨਾਲ ਉਹਨਾਂ ਨੂੰ ਮਿਲਣਾ ਹੈ, ਗੁੱਸੇ ਨਾਲ ਮਾੜੇ ਬਚਨ ਨਹੀਂ ਕਰਨੇ, ਬਹੁਤ ਹੀ ਪਿਆਰ ਸਤਿਕਾਰ ਨਾਲ ਜਾ ਕਰਕੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਮਿਲਣਾ ਹੈ। ਨਾ ਕਬੋਲ ਭਨੋ ਮੁਖ ਤੇ ਕਵਨਾ। ਮੈਂ ਇਹ ਨਹੀਂ ਚਾਹੁੰਦਾ ਤੁਸੀਂ ਉੱਥੇ ਜਾ ਕਰਕੇ ਆਪਦੇ ਮੁਖ ਤੋਂ ਖੋਟੇ ਬਚਨ ਮਾੜੇ ਬਚਨ ਉਹਨਾਂ ਨੂੰ ਕਹਿਣ ਲੱਗ ਜਾਵੋ। ਬੜੇ ਪਿਆਰ ਨਾਲ ਮਿਲਣਾ ਹੈ ਸਤਿਗੁਰਾਂ ਨੂੰ। ਮੋਦਿਸ ਤੇ ਸਿਰ ਪੈ ਕਰ ਫੇਰ ਰਹੋ। ਤੇ ਮੇਰੇ ਵੱਲੋਂ ਵੀ ਬੜੇ ਪ੍ਰੇਮ ਸਤਿਕਾਰ ਨਾਲ ਉਹਨਾਂ ਦੇ ਮੱਥੇ ਤੇ ਜਾ ਕਰਕੇ ਆਪਦਾ ਹੱਥ ਫੇਰਨਾ ਕਰਿਓ। ਬੜੇ ਪ੍ਰੇਮ ਸਤਿਕਾਰ ਨਾਲ ਪ੍ਰੇਮ ਦੇਣਾ ਕਰਿਓ ਮੇਰੇ ਵੱਲੋਂ। ਪ੍ਰੀਤ ਸੋ ਕੰਠ ਕਰੋ ਲਵਨਾ। ਅਤੇ ਬਹੁਤ ਹੀ ਪ੍ਰੀਤੀ ਨਾਲ ਪ੍ਰੇਮ ਨਾਲ ਉਹਨਾਂ ਨੂੰ ਆਪਦੇ ਗਲਵੱਕੜੀ ਲੈ ਲਿਓ। ਮੇਰੇ ਵੱਲੋਂ ਜੱਫੀ ਪਾ ਲਿਓ। ਬੜੇ ਪ੍ਰੇਮ ਦੇਣਾ ਕਰਿਓ ਉਹਨਾਂ ਨੂੰ। ਸਰਵਣਨ ਮੈਂ ਸੁਣ ਬੰਧਨ ਕੀਨ। ਅਤੇ ਇਸ ਤਰ੍ਹਾਂ ਫਿਰ ਬਾਬਾ ਕਾਲੂ ਜੀ ਨੇ ਸੁਣ ਕਰਕੇ ਸੋ ਰਾਏ ਬੁਲਾਰ ਨੂੰ ਨਮਸਕਾਰ ਕਰਕੇ, ਰਾਜਾ ਹੋਣ ਕਰਕੇ ਨਮਸਕਾਰ ਕਰਕੇ, ਮੁਕੰਦ ਪਿਤਾ ਪੁਨ ਗਾ ਭਵਨਾ। ਮੁਕਤੀ ਦੇਣ ਵਾਲੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਸਤਿਕਾਰਯੋਗ ਪਿਤਾ ਜੀ ਫਿਰ ਉਸ ਵਕਤ ਆਪਦੇ ਘਰੇ ਚਲੇ ਗਏ। ਮਾਤ ਸੰਦੇਸ਼ ਦਏ ਅਸੁਆ ਭਰ। ਘਰੇ ਜਾ ਕਰਕੇ ਮਾਤਾ ਤ੍ਰਿਪਤਾ ਜੀ ਨੂੰ ਦੱਸਦੇ ਹਨ ਕਿ ਆਪਾਂ ਹੁਣ ਸੁਲਤਾਨਪੁਰ ਲੋਧੀ ਚੱਲੇ ਹਾਂ। ਅਤੇ ਉੱਥੇ ਜਾ ਕਰਕੇ ਦੱਸ ਕੇ ਮਾਤਾ ਤ੍ਰਿਪਤਾ ਜੀ ਦੇ ਵੀ ਨੇਤਰਾਂ ਵਿੱਚੋਂ ਬਹੁਤ ਸਾਰਾ ਪਾਣੀ ਛੁੱਟ ਰਿਹਾ ਹੈ, ਕਿਉਂ ਕਰਕੇ ਬਹੁਤ ਸਮਾਂ ਹੋ ਗਿਆ ਹੈ ਵਿਛੋੜਾ ਹੋਣ ਤੇ ਸਤਿਗੁਰੂ ਜੀ ਹੁਣ ਸੁਲਤਾਨਪੁਰ ਲੋਧੀ ਵਿਖੇ ਹਨ। ਮਾਤਾ ਜੀ ਹੁਣ ਉੱਥੇ ਹੀ ਹਨ ਰਾਏਪੁਰ ਦੀ ਤਲਵੰਡੀ ਵਿਖੇ, ਅਤੇ ਉਹਨਾਂ ਦੇ ਨੇਤਰਾਂ ਵਿੱਚੋਂ ਜਲ ਛੁੱਟ ਰਿਹਾ ਹੈ ਪ੍ਰੇਮ ਦਾ। ਤਾਤ ਕੋ ਮੋਹਰ ਦੇ ਮੈਂ ਕਨੇਰਾ। ਤੇ ਦੱਸਦੇ ਹਨ ਬਾਬਾ ਕਾਲੂ ਜੀ ਨੂੰ ਵੀ ਸਾਡੇ ਹਿਰਦੇ ਵਿੱਚ ਬਹੁਤ ਸਾਰਾ ਮੋਹ ਹੈ ਸਤਿਗੁਰੂ ਜੀ ਪ੍ਰਤੀ, ਤੇ ਬਹੁਤ ਸਾਰਾ ਸਮਾਂ ਹੋ ਗਿਆ ਬਤੀਤ ਗਿਆ, ਆਪਾਂ ਉਹਨਾਂ ਦੇ ਦਰਸ਼ਨ ਨਹੀਂ ਕੀਤੇ। ਕਾਲੂ ਤਬ ਹੈ ਮਧੁਰਨ ਹੈ ਲੈ। ਸੋ ਉਸ ਵਕਤ ਫਿਰ ਬਾਬਾ ਕਾਲੂ ਜੀ ਤਿਆਰ ਹੋ ਗਿਆ ਹੈ ਜਾਣ ਵਾਸਤੇ, ਅਤੇ ਮਧੁਰਨ ਹੈ ਸੋ ਮਠਿਆਈ ਇਕੱਠੀ ਕਰ ਲਈ ਹੈ। ਬਾਬਾ ਕਾਲੂ ਜੀ ਨੇ ਲੈਣ ਜਾ ਕੇ ਸੋ ਮਠਿਆਈ ਇਕੱਠੀ ਕਰ ਲਈ ਹੈ ਨਾਲ ਲੈ ਕੇ ਜਾਣ ਵਾਸਤੇ। ਸਕਟਾ ਜੁਰਵਾਏ ਕੈ ਬੈਲਨ ਪ੍ਰੇਰਾ। ਅਤੇ ਫਿਰ ਆਪਦਾ ਜਿਹੜਾ ਗੱਡਾ ਸੀ ਉਹ ਬਲਦਾਂ ਨਾਲ ਜੋੜ ਦਿੱਤਾ ਅਤੇ ਬਲਦਾਂ ਨੂੰ ਤੋਰ ਦਿੱਤਾ ਹਨ। ਪੰਥ ਕਿਸ਼ੋਰ ਸਭੈ ਕ੍ਰਮਸੋ। ਅਤੇ ਹੌਲੀ ਹੌਲੀ ਫਿਰ ਤਲਵੰਡੀ ਨਗਰੀ ਤੋਂ ਸੁਲਤਾਨਪੁਰ ਲੋਧੀ ਵੱਲ ਚੱਲ ਪਏ ਹਨ। ਹੌਲੀ ਹੌਲੀ ਰਸਤੇ ਮਾਰਗ ਤੇ ਤੁਰੇ ਜਾ ਰਹੇ ਹਨ। ਪੁਰ ਪ੍ਰਾਪਤ ਭਾਸਤ ਆਪਨ ਹੇਰਾ। ਅਤੇ ਫਿਰ ਜਦੋਂ ਸੁਲਤਾਨਪੁਰ ਲੋਧੀ ਵਿਖੇ ਪਹੁੰਚੇ ਹਨ, ਉੱਥੇ ਫਿਰ ਦੂਰੋਂ ਹੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਤੇ ਭਾਈ ਬਾਲਾ ਜੀ ਜਿੱਥੇ ਮੋਦੀ ਖਾਨ ਨਾਲ ਦੁਕਾਨ ਲਾਈ ਹੋਈ ਸੀ, ਉਹ ਦੂਰੋਂ ਹੀ ਦੇਖ ਲਿਆ ਸੀ ਜਦੋਂ ਸੁਲਤਾਨਪੁਰ ਲੋਧੀ ਵਿਖੇ ਪਹੁੰਚੇ। ਠਾਂਡ ਕਿਓ ਸਕਟਾ ਤੇ ਥਾਨ। ਦੂਰੋਂ ਦੇਖ ਕਰਕੇ ਫਿਰ ਬਾਬਾ ਕਾਲੂ ਜੀ ਨੇ ਆਪਦਾ ਜਿਹੜਾ ਗੱਡਾ ਸੀ ਉਹ ਉੱਥੇ ਹੀ ਜਾ ਕੇ ਦੁਕਾਨ ਦੇ ਮੂਹਰੇ ਹੀ ਲਾ ਦਿੱਤਾ। ਤਰੈ ਉਤਰਿਓ ਔਰ ਮੋਹ ਵਧੇਰਾ। ਅਤੇ ਬਹੁਤ ਹੀ ਮੋਹ ਵਿਚਾਰ ਕਰਕੇ, ਕਿਉਂ ਕਰਕੇ ਬਾਬਾ ਕਾਲੂ ਜੀ ਨੇ ਵੀ ਬਹੁਤਾ ਹੀ ਸਮਾਂ ਹੋ ਗਿਆ ਸਤਿਗੁਰਾਂ ਨੂੰ ਨਹੀਂ ਵੇਖਿਆ। ਬੜੇ ਮੋਹ ਵਿੱਚ ਆ ਕਰਕੇ ਉਹ ਵੀ ਫਿਰ ਬਾਬਾ ਕਾਲੂ ਜੀ ਆਪਦੇ ਸੋ ਗੱਡੇ ਤੋਂ ਉਸ ਹੀ ਵਕਤ ਉਤਰ ਗਿਆ। ਪੰਕਜ ਨੈਣ ਬਿਲੋਕ ਪਿਤਾ ਦਿਸ਼। ਅਤੇ ਇਧਰੋਂ ਫਿਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਜੋ ਕਮਲ ਰੂਪੀ ਨੇਤਰ ਵਾਲੇ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ, ਜਦੋਂ ਉਹਨਾਂ ਨੇ ਵੀ ਆਪਦਾ ਪਿਤਾ ਵੇਖ ਲਿਆ, ਦੂਰੋਂ ਹੀ ਵੇਖ ਲਿਆ, ਸਤਿਗੁਰੂ ਜੀ ਵੀ ਉਸ ਹੀ ਵਕਤ ਸੋ ਦੁਕਾਨ ਛੱਡ ਕਰਕੇ ਤੋਰਨ ਧਾਏ ਕੈ ਕੀਨ ਪ੍ਰਣਾਮਾ। ਛੇਤੀ ਤੋਂ ਛੇਤੀ ਉਸੇ ਹੀ ਵਕਤ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਸੋ ਮੋਦੀ ਖਾਨਾ ਛੱਡ ਕਰਕੇ ਸੋ ਬਾਬਾ ਕਾਲੂ ਜੀ ਵੱਲ ਗਏ। ਉੱਥੇ ਜਾ ਕਰਕੇ ਬਾਬਾ ਕਾਲੂ ਜੀ ਦੇ ਪੈਰੀ ਹੱਥ ਲਾਏ, ਨਮਸਕਾਰ ਕੀਤੀ। ਕਾਲੂ ਉਠਾਏ ਲਿਓ ਭੁਜਕੋ ਕਹੈ। ਤੇ ਬਾਬਾ ਕਾਲੂ ਜੀ ਨੇ ਸਤਿਗੁਰਾਂ ਦੀ ਬਾਂਹ ਫੜ ਕਰਕੇ ਉਠਾ ਲਿਆ ਤੇ ਗਲ ਬਕੜੀ ਲੈ ਲਿਆ, ਜੱਫੀ ਪਾ ਲਈ ਸਤਿਗੁਰਾਂ ਨੂੰ। ਕੰਠ ਲਗਾਏ ਭਲੇ ਸੁਖ ਧਾਮਾ। ਬੜੇ ਪ੍ਰੇਮ ਦੇ ਨਾਲ ਸੁੱਖਾਂ ਦੇ ਘਰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੂੰ ਜੱਫੀ ਪਾ ਲਿਆ ਬਾਬਾ ਕਾਲੂ ਜੀ ਨੇ। ਹਉ ਪੁਨ ਬੰਧਨ ਜਾਏ ਕਰੀ। ਅਤੇ ਫਿਰ ਭਾਈ ਬਾਲਾ ਜੀ ਕਥਾ ਸੁਣਾ ਰਿਹਾ ਹੈ ਖਡੂਰ ਸਾਹਿਬ ਦੀ ਧਰਤੀ ਵਿਖੇ, ਦੱਸ ਰਿਹਾ ਹੈ ਕਿ ਫਿਰ ਉਸ ਵਕਤ ਆਪਾਂ ਵੀ ਦੁਕਾਨ ਛੱਡ ਕਰਕੇ ਬਾਬਾ ਕਾਲੂ ਜੀ ਦੇ ਜਾ ਕਰਕੇ ਨਮਸਕਾਰਾਂ ਕੀਤੀਆਂ, ਪੈਰੀ ਹੱਥ ਲਾਏ। ਗੁਰ ਅੰਗਦ ਜੀ ਸੁਨ ਪੂਰਨ ਕਾਮਾ। ਸੋ ਭਾਈ ਬਾਲਾ ਜੀ ਕਥਾ ਸੁਣਾ ਰਿਹਾ ਹੈ, ਕਹਿਣ ਲੱਗੇ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ
ਜੋ ਮਨੋਕਾਮਨਾ ਨੂੰ ਪੂਰਨ ਕਰਨ ਵਾਲੇ ਸਤਿਗੁਰੂ ਜੀ ਆਪ ਜੀ ਸੁਣੋ। ਇਸ ਤਰ੍ਹਾਂ ਆਪਾਂ ਫਿਰ ਉਹਨਾਂ ਨੂੰ ਜਾ ਕੇ ਮਿਲਣਾ ਕੀਤਾ। ਸੁਣੋ। ਬੂਝ ਕੇ ਛੇਮ ਸਰੀਰ ਕੀ ਤਾਸ਼ਨ। ਅਤੇ ਉਸ ਵਕਤ ਫਿਰ ਬਾਬਾ ਕਾਲੂ ਜੀ ਨੇ ਸਾਰੀ ਰਾਜੀ ਖੁਸ਼ੀ ਪੁੱਛਣਾ ਕੀਤੀ। ਸੋ ਸਰੀਰ ਰਾਜੀ ਖੁਸ਼ੀ ਸਾਰਾ ਪੁੱਛਣਾ ਕੀਤਾ। ਬੈਸਿਓ ਪ੍ਰਿਯੰਕ ਪਹਿਲੇ ਅਬਰਾਮਾ। ਅਤੇ ਫਿਰ ਉੱਥੇ ਹੀ ਇੱਕ ਮੰਜਾ ਪਲੰਗ ਜਿਹਾ ਢਾ ਕਰਕੇ ਉੱਥੇ ਬਿਰਾਜ ਗਏ। ਬਾਬਾ ਕਾਲੂ ਜੀ ਬੈਠ ਗਏ। ਹਾਥ ਕੇ ਸਾਥ ਪਲੋਸਤ ਮਾਥ। ਸੋ ਉਸ ਵਕਤ ਬਹੁਤ ਹੀ ਪ੍ਰੇਮ ਵਿੱਚ ਆਏ ਹੋਏ ਹਨ ਬਾਬਾ ਕਾਲੂ ਜੀ। ਆਪਦਾ ਹੱਥ ਸਤਿਗੁਰਾਂ ਦੇ ਪਾਵਨ ਮੱਥੇ ਤੇ ਇਸ ਤਰ੍ਹਾਂ ਸੋ ਫੇਰਦੇ ਹਨ। ਅਨਾਥਨ ਨਾਥ ਕੋ ਅੰਕ ਬਸਾਈ। ਅਨਾਥਨ ਨਾਥ ਸੋ ਅਕਾਲ ਪੁਰਖ ਵਾਹਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਆਪਦੀ ਗੋਦੀ ਵਿੱਚ ਲੈ ਲਿਆ ਬੜੇ ਪ੍ਰੇਮ ਵਿੱਚ ਆ ਕਰਕੇ। ਮੇਲ ਭਇਓ ਬਹੁ ਕਾਲ ਵਿਖੈ। ਕਿਉਂ ਕਰਕੇ ਬਹੁਤਾ ਹੀ ਸਮਾਂ ਹੋ ਗਿਆ ਹੈ, ਬਹੁਤਾ ਹੀ ਸਮਾਂ ਬਤੀਤ ਹੋ ਗਿਆ ਹੈ। ਸੋ ਬਾਬਾ ਕਾਲੂ ਜੀ ਨੇ ਪਹਿਲੀ ਵਾਰ ਬਹੁਤਾ ਹੀ ਸਮੇਂ ਬਾਅਦ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਵੇਖਣਾ ਕੀਤਾ ਦਰਸ਼ਨ ਕਰਦਿਆਂ ਨੂੰ। ਪ੍ਰੀਤ ਨਹੀਂ ਕੀ ਜਈ ਉਪਜਾਈ। ਅਤੇ ਬਹੁਤ ਹੀ ਪ੍ਰੀਤੀ ਵਿੱਚ ਆ ਕਰਕੇ ਸੋ ਸਤਿਗੁਰਾਂ ਨੂੰ ਗੋਦੀ ਵਿੱਚ ਲੈ ਲਿਆ। ਬਹੁਤ ਹੀ ਪ੍ਰੇਮ ਨਾਲ ਸੋ ਜੱਫੀ ਪਾ ਲਈ। ਸੌਦਾ ਵਸੇਖ ਹੀ ਦੇਖ ਨਿਕਦਿਆ। ਸੋ ਪਲੰਘ ਤੇ ਬੈਠ ਕਰਕੇ ਦੂਰੋਂ ਉਹਨਾਂ ਨੇ ਸਾਰਾ ਸੌਦਾ ਵੇਖ ਲਿਆ ਸਤਿਗੁਰਾਂ ਦਾ, ਜਿੱਥੇ ਸੌਦਾ ਉਹ ਵੇਚਦੇ ਸੀ। ਇੰਨਾ ਸਾਰਾ ਸੌਦਾ ਵੇਖ ਕਰਕੇ ਮੈਂ ਜਾਨ ਸਪੂਤ ਰਹਿਓ ਹਰ ਖਾਈ। ਬਾਬਾ ਕਾਲੂ ਜੀ ਨੇ ਆਪਦੇ ਹਿਰਦੇ ਵਿੱਚ ਜਾਣ ਲਿਆ ਕਿ ਮੇਰਾ ਸੁਪੁੱਤਰ ਗੁਰੂ ਨਾਨਕ ਦੇਵ ਸਾਹਿਬ ਜੀ ਇੱਥੇ ਬਹੁਤ ਹੀ ਖੁਸ਼ ਪ੍ਰਸੰਨ ਹੋ ਕਰਕੇ ਕਮਾਈਆਂ ਕਰਦਾ ਹੈ। ਦ્વੈ ਕਟਕਾ ਜਬ ਬੀਤ ਗਈ। ਤੇ ਜਦੋਂ 2 ਘੜੀਆਂ ਬਤੀਤ ਗਈਆਂ, ਜਦੋਂ ਦੋ ਘੜੀਆਂ ਸੋ ਬੀਤ ਗਈਆਂ। ਕਾਲ ਮੈਂ ਕਾਲੂ ਨੇ ਬਾਣੀ ਅਲਾਈ। ਇਸ ਤਰ੍ਹਾਂ ਦੇ ਫਿਰ ਬਚਨ ਬਾਬਾ ਕਾਲੂ ਜੀ ਨੇ ਕਹਿਣਾ ਕੀਤੇ। ਇਸ ਤਰ੍ਹਾਂ ਦੇ ਬਚਨ ਸਤਿਗੁਰਾਂ ਨੂੰ ਪੁੱਛਣਾ ਕੀਤੇ। ਕੀ ਕਹਿਣਾ ਕੀਤਾ? ਬਹੁ ਕਾਲ ਭਇਓ ਸੁਲਤਾਨਪੁਰੇ। ਹੇ ਸੁਪੁੱਤਰ ਗੁਰੂ ਨਾਨਕ ਦੇਵ ਸਾਹਿਬ ਜੀ, ਬਹੁਤਾ ਹੀ ਸਮਾਂ ਤੁਸੀਂ ਸੁਲਤਾਨਪੁਰ ਆਇਆ ਨੂੰ ਬਹੁਤਾ ਹੀ ਸਮਾਂ ਹੋ ਗਿਆ ਹੈ। ਕ੍ਰਿਤ ਮੋਦੀ ਤੇ ਕੀਨੀ ਹੈ ਕੀਤੀ ਕਮਾਈ। ਤੇ ਤੁਸੀਂ ਇਹ ਮੋਦੀ ਖਾਨੇ ਦਾ ਸੋ ਕੰਮ ਕਾਜ ਸਾਰਾ ਸ਼ੁਰੂ ਕੀਤਾ ਹੈ। ਕੰਮ ਕਾਰ ਤੁਸੀਂ ਦੱਸਣਾ ਕਰੋ, ਕੋਈ ਕਮਾਈ ਕੀਤੀ ਹੈ, ਕੋਈ ਪੈਸਾ ਇਕੱਠਾ ਕੀਤਾ ਹੈ। ਸੁਨ ਪੰਕਜ ਲੋਚਨ ਬੈਨ ਭਲੇ। ਉਸ ਵਕਤ ਕਮਲ ਰੂਪੀ ਨੇਤਰਾਂ ਵਾਲੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਬਚਨ ਕਹਿਣਾ ਕੀਤੇ। ਬਹੁ ਆਨ ਕਮਾਈ ਕਰੀ ਇਹ ਥਾਈ। ਹੇ ਬਾਬਾ ਕਾਲੂ ਜੀ ਪਿਤਾ ਜੀ, ਬਹੁਤ ਸਾਰੀ ਕਮਾਈ ਆਪਾਂ ਕੀਤੀ ਹੈ। ਨਹਿ ਹਾਥ ਮੈਂ ਆਥ ਕਰੈ ਥਿਰਤਾ। ਪਰ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਸੋ ਮਾਇਆ ਜਿਹੜੀ ਹੈ ਉਹ ਹੱਥਾਂ ਵਿੱਚ ਟਿਕਦੀ ਨਹੀਂ ਹੁੰਦੀ। ਉਤ ਆਵਤ ਹੈ ਇਤ ਕੋ ਚਲ ਜਾਈ। ਬਹੁਤ ਸਾਰੀ ਮਾਇਆ ਆਈ ਹੈ ਤੇ ਬਹੁਤ ਸਾਰੀ ਮਾਇਆ ਸੋ ਹੱਥਾਂ ਵਿੱਚੋਂ ਚੱਲ ਵੀ ਗਈ। ਕਰ ਏਕ ਵਿਰਾਟ ਕਾ ਸੰਚ ਕਰੀ ਨਹਿ। ਆਪਾਂ ਕੋਈ ਮਾਇਆ ਇਕੱਠੀ ਨਹੀਂ ਕੀਤੀ, ਕੋਈ ਇਕੱਠੀ ਕਰਕੇ ਨਹੀਂ ਰੱਖੀ। ਆਮਦ ਔ ਖਰਚੀ ਸਮਤਾਈ। ਜਿਸ ਤਰ੍ਹਾਂ ਸੋ ਬਰਾਬਰ ਹੀ ਹੋ ਗਿਆ ਹੈ। ਜਿੰਨਾ ਖਰਚੇ ਨੂੰ ਲੱਗ ਜਾਂਦਾ ਹੈ ਉਨਾ ਹੀ ਪ੍ਰੋਫਿਟ ਹੋਇਆ ਹੈ। ਦੋਹਰਾ ਤਾਤ ਮੋਹ ਤ੍ਰਿਣ ਸੁਤ ਜਿਉ। ਤੇ ਉਸ ਵਕਤ ਫਿਰ ਬਾਬਾ ਕਾਲੂ ਜੀ ਨੇ ਜਦੋਂ ਇਸ ਤਰ੍ਹਾਂ ਸੁਣਨਾ ਕੀਤਾ, ਜਿਹੜਾ ਸਾਰਾ ਪਹਿਲਾ ਮੋਹ ਪ੍ਰੇਮ ਸੀ ਸਾਰਾ ਬਹੁਤ ਸਾਰਾ, ਉਸ ਹੀ ਵਕਤ ਇੱਕਦਮ ਸਾਰਾ ਮੋਹ ਪ੍ਰੇਮ ਚਲੇ ਗਿਆ ਸਤਿਗੁਰੂ ਬਾਬਾ ਕਾਲੂ ਜੀ ਦੇ ਹਿਰਦੇ ਵਿੱਚੋਂ। ਤ੍ਰਿਸ਼ਨਾ ਲਹਿਰ ਪ੍ਰਵਾਹੇ। ਕਿਉਂ ਕਰਕੇ ਜਿਹੜੀ ਤਨ ਦੀ ਤ੍ਰਿਸ਼ਨਾ ਸੀ ਸੋ ਮਾਇਆ ਦੀ ਤ੍ਰਿਸ਼ਨਾ, ਉਹ ਜਿਹੜਾ ਪ੍ਰਵਾਹ ਸੀ ਇੱਕ ਹੈ ਬਾਰ ਬਹਾਇ ਸੋ ਰਹਾ। ਉਸੇ ਹੀ ਵਕਤ ਇੱਕ ਹੀ ਸੈਕਿੰਡ ਵਿੱਚ ਸੋ ਸਾਰਾ ਹੀ ਚਲੇ ਗਿਆ। ਸੋ ਰਹਾ ਨਾ ਕਛ ਮਨ ਮਾਹੇ। ਅਤੇ ਕੋਈ ਪ੍ਰੇਮ ਪਿਆਰ ਉਹਦੇ ਹਿਰਦੇ ਵਿੱਚ ਨਹੀਂ ਰਿਹਾ। ਕਿਉਂ ਕਰਕੇ ਜਿਸ ਤਰ੍ਹਾਂ ਸਾਨੂੰ ਸੋ ਪੰਡਿਤ ਹਰਦਿਆਲ ਨੇ ਪਹਿਲਾਂ ਹੀ ਦੱਸਿਆ ਸੀ। ਸੋ ਪੰਡਿਤ ਹਰਦਿਆਲ ਸੋ ਜਦੋਂ ਪਹਿਲਾਂ ਹੀ ਦੱਸ ਦਿੱਤਾ ਸੀ। ਸੋ ਜਿਸ ਤਰ੍ਹਾਂ ਕਈ ਲੋਕ, ਕੁਝ ਲੋਕ ਹੀ ਸਤਿਗੁਰਾਂ ਦੀ ਸ਼ਕਤੀ ਜਾਣ ਸਕਣਗੇ, ਤੇ ਜਿਸ ਤਰ੍ਹਾਂ ਬਾਬਾ ਕਾਲੂ ਜੀ ਸੋ ਤਨ ਦੀ ਤ੍ਰਿਸ਼ਨਾ ਵਿੱਚ ਲੀਨ ਰਹਿੰਦੇ ਹਨ। ਸਤਿਗੁਰੂ ਦੀ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਹਨ। ਸੋ ਇਸੇ ਹੀ ਤਰ੍ਹਾਂ ਜਦੋਂ ਸਤਿਗੁਰਾਂ ਨੇ ਦੱਸਣਾ ਕੀਤਾ ਵੀ ਕੋਈ ਤਨ ਪੈਸਾ ਇਕੱਠਾ ਨਹੀਂ ਹੋਇਆ, ਸੋ ਬਾਬਾ ਕਾਲੂ ਜੀ ਦਾ ਜਿਹੜਾ ਸਾਰਾ ਪ੍ਰੇਮ ਮੋਹ ਸੀ ਉਹ ਚਲੇ ਗਿਆ। ਸਵਈਆ ਸੁਨ ਸਰਾਉਣਨ ਮੈਂ ਮਨ ਰੋਸ ਘਨੋ ਮੁਖ। ਅਤੇ ਉਸ ਵਕਤ ਜਦੋਂ ਇਹ ਸਾਰੀ ਸੁਣ ਕਰਕੇ ਬਹੁਤ ਹੀ ਮਨ ਰੋਸ ਨਾਲ ਭਰ ਗਿਆ, ਗੁੱਸਾ ਆ ਗਿਆ ਬਾਬਾ ਕਾਲੂ ਜੀ ਨੂੰ। ਬੈਨ ਭਨੇ ਤਨ ਰੱਖਣ ਹੇਤੂ। ਆਪਦੇ ਮਨ ਵਿੱਚ ਕਹਿਣ ਲੱਗੇ ਕਿ ਕਿਉਂ ਛੋਟੇ ਹੁੰਦਿਆਂ ਤੋਂ ਹੀ ਤੁਸੀਂ ਕੋਈ ਧਨ ਪੈਸਾ ਕਮਾਈ ਕੋਈ ਇਕੱਠੀ ਨਹੀਂ ਕੀਤੀ। ਜਬ ਕੋ ਜਨਮਿਓ ਨਾ ਦਇਓ ਸੁਖ ਤੈ। ਬਹੁਤ ਹੀ ਗੁੱਸਾ ਵਿੱਚ ਆ ਕਰਕੇ ਕਹਿਣ ਲੱਗੇ ਜਦੋਂ ਤੋਂ ਤੁਹਾਡਾ ਜਨਮ ਹੋਇਆ ਹੈ
ਤੁਸੀਂ ਕੋਈ ਧਨ ਪੈਸਾ ਇਕੱਠਾ ਕਰਕੇ ਮੈਨੂੰ ਸੁੱਖ ਨਹੀਂ ਦਿੱਤਾ। ਨਿਤ ਬਾਦ ਕਵਾਏ ਬਿਤਮ ਦੁਖ ਦੇਤੂ। ਇਸ ਤਰ੍ਹਾਂ ਬਹੁਤ ਸਾਰਾ ਸਮਾਂ ਬਤੀਤ ਹੋ ਗਿਆ ਹੈ, ਤੁਸੀਂ ਛੋਟੇ ਹੁੰਦੇ ਤੋਂ ਹੀ ਸਾਰਾ ਦੁੱਖ ਦੇਣਾ ਕੀਤਾ ਹੈ ਸਾਨੂੰ। ਇੱਕ ਹੋਤ ਸਪੂਤ ਕਮਾਵਤ ਹੈ ਧਨ। ਜਿਹੜੇ ਹੋਰ ਸੁਪੁੱਤਰ ਹੁੰਦੇ ਹਨ ਉਹ ਆਪਦੇ ਕੰਮ ਕਾਜ ਕਰਕੇ ਸੋ ਘਰ ਦਾ ਗੁਜ਼ਾਰਾ ਕਰਦੇ ਹਨ। ਪਾਵਤ ਸੋ ਜਸ ਆਨਨ ਕੇਤੂ। ਪਰ ਤੁਸੀਂ ਹੁਣ ਸੋ ਜਵਾਨ ਵੀ ਹੋ ਕਰਕੇ ਤੁਸੀਂ ਕੋਈ ਧਨ ਪੈਸਾ ਇਕੱਠਾ ਨਹੀਂ ਕੀਤਾ। ਸੁਧ ਮੂਲ ਨ ਭੂਲ ਕਰੀ ਕਬਹੂ। ਅਤੇ ਇਸ ਤਰ੍ਹਾਂ ਫਿਰ ਬਹੁਤ ਸਾਰੇ ਗੁੱਸੇ ਵਿੱਚ ਆ ਕਰਕੇ ਮੁਝ ਤੇ ਪ੍ਰਤਕੂਲ ਰਹਿਓ ਅਨਚੇਤੂ। ਕਹਿਣ ਲੱਗੇ ਕਿ ਤੁਸੀਂ ਤਾਂ ਮੇਰੇ ਤੋਂ ਉਲਟੀ ਹੀ ਹੋ ਰਹੇ ਹੋ। ਕਾਲ ਵਿਸਾਲ ਬਿਤਿਓ ਕ੍ਰਿਤ ਮੋਤੀ ਮੈਂ। ਤੁਹਾਨੂੰ ਬਹੁਤ ਸਾਰਾ ਸਮਾਂ ਬਤੀਤ ਹੋ ਗਿਆ ਇੱਥੇ ਸੁਲਤਾਨਪੁਰ ਆਇਆ ਨੂੰ, ਬਹੁਤ ਸਮਾਂ ਹੋ ਗਿਆ ਕੰਮਕਾਰ ਸ਼ੁਰੂ ਕੀਤਿਆਂ ਨੂੰ ਮੋਦੀ ਖਾਨੇ ਦਾ। ਏਕ ਵਿਰਾਟਿਕਾ ਭੀ ਨ ਤੇ ਖਟਾਈ। ਇੱਕ ਕੌਡੀ ਵੀ ਨਹੀਂ ਤੁਸੀਂ ਇਕੱਠੀ ਕਰਕੇ ਰੱਖੀ, ਕੋਈ ਪੈਸਾ ਕਮਾਈ ਤੁਸੀਂ ਇਕੱਠੇ ਕਰਕੇ ਜਮਾ ਕਰਕੇ ਨਹੀਂ ਰੱਖੀ। ਮੋਸੋ ਕੀਓ ਬਹੁ ਰੋਸ ਤਬੈ ਢਿਗ। ਸੋ ਮੈਨੂੰ ਬਹੁਤ ਸਾਰਾ ਗੁੱਸਾ ਇਸ ਤਰ੍ਹਾਂ ਆਉਂਦਾ ਹੈ। ਤੂੰ ਹੀ ਰਹਿ ਤਨ ਦੀਨ ਗਵਾਈ। ਐਸੇ ਹੀ ਤਰ੍ਹਾਂ ਤੁਸੀਂ ਕੋਈ ਸੋ ਧਨ ਪੈਸਾ ਇਕੱਠਾ ਕਰਕੇ ਕੋਈ ਸੁੱਖ ਨਹੀਂ ਦੇਣਾ ਕੀਤਾ। ਬਾਰਜ ਲੋਚਨ ਬੰਕ ਬਿਲੋਕ। ਅਤੇ ਫਿਰ ਉਸ ਵਕਤ ਫਿਰ ਸੋ ਬਾਬਾ ਕਾਲੂ ਜੀ ਸੋ ਭਾਈ ਬਾਲੇ ਜੀ ਕਹਿੰਦਾ ਹੈ ਵੀ ਉਸ ਵਕਤ ਬਾਬਾ ਕਾਲੂ ਜੀ ਨੇ ਮੇਰੇ ਵੱਲ ਵੀ ਵੇਖ ਕਰਕੇ ਬਹੁਤ ਹੀ ਗੁੱਸੇ ਵਿੱਚ ਆ ਗਿਆ ਹੈ ਅਤੇ ਮੈਨੂੰ ਵੀ ਕਹਿਣ ਲੱਗੇ ਵੀ ਭਾਈ ਬਾਲਿਆ ਤੂੰ ਵੀ ਨਾਲ ਸਾਥੀ ਹੋ ਕਰਕੇ ਤੂੰ ਵੀ ਨਹੀਂ ਕੋਈ ਪੈਸਾ ਸੋ ਇਕੱਠਾ ਕਰਕੇ ਰੱਖਿਆ। ਮੁਝੇ ਬਰਜਾ ਨਿਜ ਭਉ ਦਿਖਾਈ। ਅਤੇ ਉਸ ਵਕਤ ਫਿਰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਸੋ ਮਹਾਰਾਜ ਜੀ ਨੇ ਟੇਢੀ ਜੀ ਅੱਖ ਨਾਲ ਸੋ ਇਸ਼ਾਰਾ ਕਰ ਦਿੱਤਾ ਹੈ ਬਾਲੇ ਨੂੰ ਵੀ ਕੁਛ ਨਹੀਂ ਬੋਲਣਾ। ਖੀਜ ਹਿਰਦੈ ਦੁਰਬੈਨ ਭਨੈ ਬਹੁ। ਇਸ ਤਰ੍ਹਾਂ ਪਰਵੱਟੇ ਨਾਲ ਇਸ਼ਾਰਾ ਕਰਕੇ ਭਾਈ ਬਾਲੇ ਜੀ ਨੂੰ ਰੋਕ ਦਿੱਤਾ। ਭਾਈ ਬਾਲਾ ਜੀ ਦੱਸਣ ਲੱਗੇ ਸੀ ਸੱਚ। ਉਸ ਵਕਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪਰਵੱਟੇ ਨਾਲ ਇਸ਼ਾਰਾ ਕਰਕੇ ਭਾਈ ਬਾਲੇ ਨੂੰ ਚੁੱਪ ਹੋਣ ਨੂੰ ਕਹਿਤਾ, ਕੋਈ ਸੱਚ ਨਹੀਂ ਦੱਸਿਆ। ਦੂਸ਼ਣ ਹੋਏ ਰਹੇ ਜਗ ਸਾਈ। ਇੱਥੇ ਜਗਤ ਦੇ ਮਾਲਕ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਚੁੱਪ ਰਹੇ, ਕੋਈ ਸੱਚ ਨਹੀਂ ਦੱਸਿਆ ਵੀ ਇੰਨਾ ਪ੍ਰੋਫਿਟ ਆਇਆ। ਕੋਈ ਸਾਰੇ ਮੰਗਤੇ ਕੋਈ ਸੋ ਇੰਨੇ ਖੁਸ਼ ਪ੍ਰਸੰਨ ਹੋ ਕਰਕੇ ਆਉਂਦੇ ਹਨ, ਇਹ ਕੁਛ ਨਹੀਂ ਦੱਸਿਆ, ਚੁੱਪ ਰਹੇ ਹਨ। ਦੋਹਰਾ ਜੋ ਖਇਓ ਮਮ ਧਮ ਤੇ। ਸੋ ਇਸੇ ਹੀ ਤਰ੍ਹਾਂ ਫਿਰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਚੁੱਪ ਰਹਿੰਦੇ ਹਨ ਅਤੇ ਸੋ ਬਾਬਾ ਕਾਲੂ ਜੀ ਫਿਰ ਉਸ ਵਕਤ ਕਹਿੰਦੇ ਹਨ ਸਤਿਗੁਰਾਂ ਨੂੰ, ਕਿਉਂ ਵੀ ਆਪਾਂ ਛੋਟੇ ਹੁੰਦੇ ਜੋ ਵੀ ਤੁਸੀਂ ਧਨ ਕਮਾਈ ਮੇਰੇ ਘਰ ਵਿੱਚੋਂ ਸੋ ਗਵਾ ਦਿੱਤਾ ਹੈ। ਦੇਵੋ ਅਬਹਿ ਕਮਾਏ। ਤੁਸੀਂ ਇੱਥੋਂ ਮੋਦੀ ਖਾਨੇ ਦਾ ਕੰਮਕਾਰ ਸਾਰਾ ਕਰਕੇ ਕਮਾ ਕਰਕੇ ਉਹ ਸਾਨੂੰ ਦੇਣਾ ਕਰੋ। ਹਉ ਆਇਓ ਲੇਵਨ ਕਛੂ। ਕਿਉਂ ਕਰਕੇ ਇਸੇ ਕਰਕੇ ਆਪਾਂ ਤੁਹਾਡੇ ਕੋਲ ਆਏ ਹਾਂ, ਜਿਹੜਾ ਕਮਾਈ ਦਾ ਪੈਸਾ ਉਹ ਥੋਤੋਂ ਲੈਣ ਵਾਸਤੇ ਆਏ ਹਾਂ। ਦੀਨੋ ਸਭੈ ਗਵਾਏ। ਕਿਉਂ ਕਰਕੇ ਮੇਰਾ ਸਾਰਾ ਗਵਾ ਦਿੱਤਾ ਤੁਸੀਂ ਇੱਥੋਂ ਕਮਾਈ ਕਰਕੇ ਮੈਨੂੰ ਦੇਣਾ ਕਰੋ। ਬੈਸ ਤਰਨ ਇਸ ਕੀ ਭਈ। ਕਿਉਂ ਕਰਕੇ ਤੁਸੀਂ ਜਵਾਨ ਵੀ ਹੋ ਕਰਕੇ ਸਮਝ ਨਾ ਆਈ ਕੋਏ। ਹਾਲੇ ਤੱਕ ਵੀ ਨਹੀਂ ਤੁਹਾਨੂੰ ਸਮਝ ਆਈ ਕਿਸ ਤਰ੍ਹਾਂ ਪੈਸਾ ਧਨ ਕਮਾਉਣਾ ਹੈ। ਪਾਸ਼ਲ ਜੈਸੀ ਮਤ ਰਹੀ। ਤੁਸੀਂ ਜਿਸ ਤਰ੍ਹਾਂ ਛੋਟੇ ਹੁੰਦੇ ਬਾਲਕ ਅਵਸਥਾ ਹੁੰਦੀ ਹੈ ਉਸ ਤਰ੍ਹਾਂ ਦੀ ਬਿਰਤੀ ਹੈ ਤੁਹਾਡੀ, ਉਸ ਤਰ੍ਹਾਂ ਦੀ ਹਿੰਮਤ ਹੈ। ਹਾਨ ਲਾਭ ਸਮ ਦੋਏ। ਕੋਈ ਲਾਭ ਕੋਈ ਪ੍ਰੋਫਿਟ ਤੁਸੀਂ ਨਹੀਂ ਇਕੱਠਾ ਕੀਤਾ ਪੈਸਾ। ਸਵਈਆ ਧਮ ਕੋ ਨਾਹਿ ਸੰਦੇਹ ਕਉ ਧਨ। ਸੋ ਇਸ ਤਰ੍ਹਾਂ ਫਿਰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਚੁੱਪ ਰਹਿੰਦੇ ਹਨ। ਬਾਬਾ ਕਾਲੂ ਜੀ ਬਹੁਤ ਹੀ ਗੁੱਸੇ ਵਿੱਚ ਆ ਗਏ ਹਨ। ਖੋਵਤ ਖਾਵਤ ਏਕ ਸਿਜੋਰੀ। ਇਸ ਤਰ੍ਹਾਂ ਕਹਿੰਦੇ ਹਨ ਦੋਨੇ ਭਾਈ ਬਾਲੇ ਜੀ ਨੂੰ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਗੁੱਸੇ ਹੋ ਕਰਕੇ ਇਸ ਤਰ੍ਹਾਂ ਬਚਨ ਕਰਦੇ ਹਨ, ਤੁਸੀਂ ਦੋਵੇਂ ਇਸ ਤਰ੍ਹਾਂ ਤਨ ਕਮਾ ਕਰਕੇ ਗਵਾ ਲੈਂਦੇ ਹੋ, ਬਸ ਖਾਣ ਜੋਗੇ ਹੀ ਹੋ, ਖਾ ਖਾ ਕੇ ਤੁਸੀਂ ਕੋਈ ਤਨ ਕਪਾਸਾ ਕਮਾਈ ਇਕੱਠਾ ਨਹੀਂ ਕੀਤਾ। ਦੂਜੋ ਜੇ ਹੇਤ ਭਲੋ ਸਮਝਾਵਤ। ਤੇ ਫਿਰ ਭਾਈ ਬਾਲੇ ਨੂੰ ਵੀ ਗੁੱਸੇ ਹੁੰਦੇ ਹਨ ਕਿ ਇੱਕ ਤਾਂ ਜੇ ਸੋ ਮਾੜਾ ਹੋਵੇ, ਦੂਜਾ ਜਿਹੜਾ ਸਾਥੀ ਹੁੰਦਾ ਉਹ ਸਮਝਾ ਲੈਂਦਾ, ਪਰ ਤੁਸੀਂ ਦੋਨੇ ਹੀ ਤੁਸੀਂ ਕੋਈ ਕੰਮ ਕਾਜ ਕੋਈ ਪੈਸਾ ਇਕੱਠਾ ਨਹੀਂ ਕੀਤਾ, ਦੋਵੇਂ ਹੀ ਢਿੱਲੇ ਰਹਿ ਗਏ। ਹੈ ਨਾ ਗਮੀ ਧਨ ਕੀ ਮਨ ਥੋੜੀ। ਤੁਸੀਂ ਕੁਛ ਪੈਸਾ ਵੀ ਨਹੀਂ ਇਕੱਠਾ ਕੀਤਾ, ਕੋਈ ਬੁੱਧੀ ਨਹੀਂ ਹੈਗੀ ਤੁਹਾਡੀ, ਸੋਝੀ ਨਹੀਂ ਹੈਗੀ। ਜੋ ਮਤਵਾਨ ਹੋ ਤੋ ਕਉ ਮਾਨਵ। ਜਿਹੜੇ ਚੰਗੇ ਬੁੱਧ ਵਾਲੇ ਹਨ, ਮਤਵਾਨ ਵਾਲੇ ਲੋਕ, ਉਹ ਪੈਸਾ ਇਕੱਠਾ ਕਰਕੇ ਆਪਦਾ ਇਸ ਤਰ੍ਹਾਂ ਗੁਜ਼ਾਰਾ ਕਰਦੇ ਹਨ। ਕਾਰ ਇਸੇ ਮਹਿ ਲੈ ਧਨ ਜੋਰੀ। ਕੰਮਕਾਰ ਕਰਕੇ ਇਸ ਤਰ੍ਹਾਂ ਜੋੜ ਜੋੜ ਕੇ ਪੈਸਾ ਇਕੱਠਾ ਕਰਦੇ ਹਨ।
ਹੋਏ ਵਿਆਹ ਤਾਂ ਕਿਆ ਖਰਚੈ ਬਾਬਾ ਤਬ। ਕਾਲੂ ਜੀ ਕਹਿਣ ਲੱਗੇ ਸਤਿਗੁਰੂ ਜੀ ਸੁਪੁੱਤਰ ਗੁਰੂ ਨਾਨਕ ਸਾਹਿਬ, ਫਿਰ ਬਾਅਦ ਵਿੱਚ ਤੁਹਾਡਾ ਵਿਆਹ ਵੀ ਹੋਣਾ ਹੈ, ਉਹਦੇ ਵਿੱਚ ਵੀ ਬਹੁਤ ਹੀ ਖਰਚਾ ਹੋਣਾ ਹੈ। ਚਾਹੇ ਗਏ ਆਪ ਕਮਾਈ ਜੋ ਮੋਰੀ। ਤੇ ਫਿਰ ਉਦੋਂ ਤੁਸੀਂ ਇਸ ਤਰ੍ਹਾਂ ਚਾਹਣਾ ਕਰੋਗੇ ਵੀ ਮੇਰੀ ਕਮਾਈ ਵਿੱਚੋਂ ਤੁਸੀਂ ਫਿਰ ਪੈਸਾ ਚਾਹੋਗੇ। ਹੇਸਤ ਬੈਸ ਜਵਾ ਤਬ ਭੀ। ਹੇ ਸੁਪੁੱਤਰ ਗੁਰੂ ਨਾਨਕ ਸਾਹਿਬ, ਤੁਸੀਂ ਜਵਾਨ ਹੋ ਗਏ ਹੋ। ਅਬ ਸ਼ੋਰ ਫਜੂਲੀ ਕੋ ਹੋ ਸਿਆਣਾ। ਇਹ ਜਿਹੜਾ ਸੋ ਬਾਲਕ ਅਵਸਥਾ ਦੀ ਜਿਹੜੀ ਬਿਰਤੀ ਹੈ, ਜਿਹੜਾ ਤੁਸੀਂ ਕੰਮ ਕਾਰਜ ਕਰਦੇ ਹੋ, ਪਖੰਡ ਜਾਏ ਛੱਡ ਦੋ ਹਨ। ਆਸ਼ਰ ਰੀਤ ਤੇ ਹੋਇ ਬਪਰੀਤ। ਇਸ ਤਰ੍ਹਾਂ ਗੁੱਸੇ ਵਿੱਚ ਬਚਨ ਕਰਦਾ ਹੈ ਬਾਬਾ ਕਾਲੂ ਜੀ ਕਿ ਹੁਣ ਤੁਸੀਂ ਜਵਾਨ ਹੋ ਗਏ ਹੋ, ਇਹ ਸੋਝੀਏ ਮਨ ਵਿੱਚ ਸਿੱਖਿਆ ਲੈ ਲਵੋ। ਕਰੋ ਤਨ ਸੰਚਨ ਜਿਉ ਮਤ ਮਾਨਾ। ਉਸ ਤਰ੍ਹਾਂ ਧਨ ਇਕੱਠਾ ਕਰੋ ਜਿਸ ਤਰ੍ਹਾਂ ਸੋ ਮਤਵਾਨ ਲੋਕ, ਬੁੱਧੀ ਵਾਲੇ ਲੋਕ ਕਰਦੇ ਹਨ। ਜੇ ਮੁਝ ਦੇਨੇ ਕੋ ਨਾਹਿ ਚਾਹੋ ਮਨ। ਜੇ ਤੁਸੀਂ ਮੈਨੂੰ ਨਹੀਂ ਧਨ ਪੈਸਾ ਇਕੱਠਾ ਕਰਕੇ ਦੇਣਾ ਚਾਹੁੰਦੇ, ਪੂੰਜੀ ਨਿਰਾਲੀ ਰੱਖੋ ਨਿਜ ਥਾਨਾ। ਇੱਕ ਵੱਖਰਾ ਜਿਹਾ ਥਾਂ ਦੇ ਘਰ ਵਿੱਚ, ਉੱਥੇ ਇੱਕ ਵੱਖਰਾ ਜਿਹਾ ਥਾਂ ਲੈ ਲਓ ਤੇ ਉੱਥੇ ਹੀ ਧਨ ਪੈਸਾ ਇਕੱਠਾ ਕਰਕੇ ਜੋੜ ਲਵੋ। ਹੈ ਕਰ ਕਾਰਜ ਨਾਨਾ ਪ੍ਰਕਾਰ ਕੇ। ਉੱਥੇ ਜੋੜ ਕੇ ਇਸ ਤਰ੍ਹਾਂ ਫਿਰ ਕੰਮ ਦੇ ਕਾਰਜ ਜਿਹੜੇ ਹੁੰਦੇ ਹਨ, ਇਸ ਤਰ੍ਹਾਂ ਫਿਰ ਕੰਮ ਦੇ ਕਾਰਜ ਕਰ ਸਕਦੇ ਹੋ। ਕਿਉ ਨਿਭੈ ਤਨ ਹੀਨ ਜੇ ਪਾਉਨਾ। ਇਸ ਤਰ੍ਹਾਂ ਧਨ ਇਕੱਠਾ ਕਰਕੇ ਆਪਦੇ ਘਰ ਵਿੱਚ ਰੱਖਣਾ ਕਰੋ। ਦੋਹਰਾ ਧਨ ਸੰਚਨ ਕੇ ਅਨਕ ਗੁਣ। ਸੋ ਇਸ ਤਰ੍ਹਾਂ ਫਿਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਤਿਕਾਰਯੋਗ ਪਿਤਾ ਜੀ ਬਾਬਾ ਕਾਲੂ ਜੀ ਇਸ ਤਰ੍ਹਾਂ ਧਨ ਇਕੱਠੇ ਕਰਨ ਦੀ ਸਿੱਖਿਆ ਇਸ ਤਰ੍ਹਾਂ ਦਿੰਦੇ ਹਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੂੰ ਤੇ ਭਾਈ ਪਾਲੇ ਨੂੰ। ਵਰਣਨ ਕਰੇ ਸੁਨਾਏ। ਇਸ ਤਰ੍ਹਾਂ ਵਰਣਨ ਕਰਕੇ ਸੁਣਾਉਣਾ ਕਰਦੇ ਹਨ। ਬਹੁਵਿਧ ਬੁੱਧ ਸਮਝਾਵਈ। ਇਸ ਤਰ੍ਹਾਂ ਬਹੁਤ ਹੀ ਤਰ੍ਹਾਂ ਨਾਲ ਸਮਝਾਉਂਦੇ ਹਨ ਸਤਿਗੁਰਾਂ ਨੂੰ। ਰੋਸ ਨੇਹ ਮੂਲ ਲਿਆਏ। ਕਦੇ ਕਦੇ ਗੁੱਸੇ ਵਿੱਚ ਆ ਕਰਕੇ ਸਮਝਾਉਂਦੇ ਹਨ, ਕਦੇ ਕਦੇ ਪ੍ਰੇਮ ਵਿੱਚ ਆ ਕਰਕੇ, ਕਦੇ ਕਦੇ ਮੋਹ ਵਿੱਚ ਆ ਜਾਂਦੇ ਹਨ, ਅਤੇ ਇਸੇ ਤਰ੍ਹਾਂ ਗੁੱਸੇ ਮੋਹ ਪ੍ਰੇਮ ਵਿੱਚ ਆ ਕਰਕੇ ਇਸ ਤਰ੍ਹਾਂ ਸਮਝਾਈ ਜਾਂਦੇ ਹਨ ਸਤਿਗੁਰਾਂ ਨੂੰ ਬਾਬਾ ਕਾਲੂ ਜੀ। ਸੋਰਠਾ ਬਹੁਰ ਦਿਲਾਸਾ ਦੀਨ। ਅਤੇ ਫਿਰ ਇੱਥੇ ਸੋ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਿਤਾ ਜੀ ਜਾਣ ਵੇਲੇ ਹੁਣ ਜਾਣ ਲੱਗੇ ਹਨ, ਇਸ ਤਰ੍ਹਾਂ ਦਿਲਾਸਾ ਦਿੰਦੇ ਹਨ, ਹੌਸਲਾ ਜਿਹਾ ਦਿੰਦੇ ਹਨ। ਕਰ ਦੁਲਾਰ ਨਿਜ ਤਨ ਰਸੋ। ਅਤੇ ਬਹੁਤ ਹੀ ਫਿਰ ਲਡਾਉਂਦੇ ਹਨ, ਦੁਲਾਰ ਪ੍ਰੇਮ ਵਿੱਚ ਆ ਕਰਕੇ ਸਤਿਗੁਰੂ ਨੂੰ ਲਾੜਦੇ ਹਨ। ਧਾਮ ਪਿਆਨਾ ਕੀਨ। ਤੇ ਜਿੱਥੇ ਹੁਣ ਬੇਬੇ ਨਾਨਕੀ ਜੀ ਤੇ ਭਾਈ ਜੈ ਰਾਮ ਜੀ ਰਹਿੰਦੇ ਹਨ, ਉਸ ਘਰ ਨੂੰ ਉਹਨਾਂ ਨੇ ਚਾਲੇ ਪਾ ਦਿੱਤੇ। ਜਹਾਂ ਹੋ ਤੋ ਜੈ ਰਾਮ ਕੋ। ਅਤੇ ਫਿਰ ਜਿੱਥੇ ਭਾਈ ਜੈ ਰਾਮ ਜੀ ਬੇਬੇ ਨਾਨਕੀ ਜੀ ਹਨ, ਉਧਰ ਵੱਲ ਸੋ ਬਾਬਾ ਕਾਲੂ ਜੀ ਨੇ ਹੁਣ ਚਾਲੇ ਪਾ ਦਿੱਤੇ, ਉਹਨਾਂ ਨੂੰ ਮਿਲਣ ਜਾਣ ਚੇਲੇ ਹਨ ਹੁਣ ਸਤਿਗੁਰੂ ਸੋ ਬਾਬਾ ਕਾਲੂ ਜੀ। ਤੇ ਇੱਥੇ ਹੁਣ ਸੋ ਪ੍ਰਸੰਗ ਦੀ ਸਮਾਪਤੀ ਹੈ। ਸੋ ਸੰਖੇਪ ਰੂਪ ਵਿੱਚ ਇੰਗਲਿਸ਼ ਵੀ ਦੱਸ ਦੇਣਾ ਕਰੀਏ। ਸੋ in this week's katha we have been blessed to listen to the prasang of Sri Guru Nanak Dev Sahib Ji Maharaj. In the previous week we learned that Sri Guru Nanak Dev Sahib Ji Maharaj is gone to Sultanpur Lodi now, and at Sultanpur Lodi they do benti to Bebe Nanaki Ji, their older sister, that it is not good that we are staying here without doing any work. We should start some work. Whatever work you are happy with, they said this to Bhai Jai Ram Ji as well, whatever work you are happy with, we will do that work and come out our own paisa, me and Bhai Balaji, and we will eat for ourselves. They give the sikkha that whoever works and out of their work they cut this one, they cut a hissa, take some money out and give it to the Guru Khalsa, give it to sadhus and sangat, and do the seva with that money. That is that money safal, and that is how they get safalta in their kamaya. So at that point Bhai Jai Ram Ji said that Daulat Khan, who is the Raja of Sultanpur, the Nawab of Sultanpur, the governor, he will have a job for us, and the Modi Khana job, this shop that they sell to the Fojis, Daulat Khan says that this is the job that is for Sri Guru Nanak Dev Sahib Ji, and Sri Guru Nanak Dev Sahib Ji, he gives them 1,000 rupees, and Sri Guru Nanak Dev Sahib Ji and Bhai Balaji get the sauda, get the saman, and they start this shop, and it goes so well. The Gareebs, everybody comes to Sri Guru Nanak Dev Sahib Ji Maharaj's shop because buying the stuff, the food, the groceries of Sri Guru Nanak Dev Sahib Ji, they become very happy and they are blessed. And the Gareebs come running because Sri Guru Nanak Dev Sahib Ji doesn't let anybody go empty-handed. People who are bhukhe, they give them, they dan them, they give them the food that they need, the blessings that they need. And in this way Sri Guru Nanak Dev Sahib Ji is blessing everybody. So the shop of Sri Guru Nanak Dev Sahib Ji stays full all throughout the day. And seeing this, so the praises of Sri Guru Nanak Dev Sahib Ji Maharaj Ji get spread across Sultanpur Lodi. They get spread back to where they used to live, Rai Podi Talwandi, and Rai Bular hears the praises and he becomes very happy and comes in Anand because he is a Shraddhalu Guru Nanak Dev Sahib Ji.
And Baba Kalu Ji, Sadhguru de Pita, their father, they also hear about the praises of Guru Nanak Dev Sahib Ji, that they have done a successful Modi Khan in their shop, they're making a lot of profit, and they are also helping a lot of Ghareebs. So at that point when he hears this, obviously because he is fasya hoya in Maya, he wants to go see Sri Guru Nanak Dev Sahib Ji straight away. He goes to Rai Bula and asks for Agya so that he can go to Sultanpur Lodi and meet Guru Nanak Dev Sahib Ji. So Rai Balar says, go there but meet them with prem and love, don't get into a ladai chagda like you normally do. So Baba Kalu Ji go at that point. When they get to Sultanpur, they see Sri Guru Nanak Dev Sahib Ji in Pai Bala, they da manja there, they sit there for some time, so do kadiyan, and once that time is up, they ask a question to Sri Guru Nanak Dev Sahib Ji and they say, you have been here now, how much kamai have you actually done, how much money have you saved up? And at that point Sri Guru Nanak Dev Sahib Ji Maharaj explained to Baba Kalu Ji that the money that we get, it also gets spent through the kharcha of the soda. The money that we save, it doesn't stay in our hands, it moves throughout our hands. And Maya jis tarah hathan vich dikhdi nahi hagi, it doesn't stay in our hands, Maya always goes. And this way Baba Kalu Ji at that point hears this and gets very angry like they normally do, and they say that you from a young age you have not saved any money, you have not given me any sukh, you have not given me any happiness, you've just given me dukh and pain. And this way they start speaking bad language like they normally do, started fighting with Sri Guru Nanak Dev Sahib Ji. And at that point they even say to Bhai Balaji that you are with Guru Nanak Dev Sahib Ji and you are not able to save any money. And Bhai Balaji is about to explain, but Sri Guru Nanak Dev Sahib Ji look at Bhai Balaji and give him a ishara, give him a sign to not say anything about the truth, about how much profit they'll get. Don't tell Baba Kalu Ji. So Bhai Balaji goes chup and they don't say anything. And Sri Guru Nanak Dev Sahib Ji Maharaj's father is very angry, and he starts explaining to them that they need to learn how to save money, they need to learn to how the clever people, how they save money and they keep it in their house and they jod it, save it up, and then this is how they're able to do the houseworks that they need to do and live a life. And in this way Baba Kalu Ji in anger explains this, and as they explain in this, they come to a point, they come in a lot of gussa, they come in a lot of prema sometimes as well, because they haven't seen Sri Guru Nanak Dev Sahib Ji in a long time. And in these emotions they're explaining this, and they've explained this, and then towards the end of the pratsang they give Sadhguru Ji haunsala again that you need to do this and save up your money, and then they give him prem again, and then they go to the house of Bebe Nanaki Ji where Bhai Jai Ram Ji and Bebe Nanaki Ji are staying in Sultanpur, and they will go meet them, and this is where the pratsang is finished. So ਇੱਥੇ ਕਥਾ ਦੀ ਸਮਾਪਤੀ ਹੈ, ਪ੍ਰਸੰਗ ਦੀ ਸਮਾਪਤੀ ਹੈ। ਕਥਾ करते ਹੋਏ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ ਹਨ, ਆਪਦਾ ਅਣਜਾਣ ਬੱਚਾ ਸਮਝ ਕਰਕੇ ਮਾਫ ਕਰ ਦੇਣਾ। ਅਸੀਸ ਬਖਸ਼ਣੀ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਨ, ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ, ਕਥਾ ਕਰਵਾਉਂਦੇ ਰਹਿਣ ਨਿਰਵਿਘਨਤਾ ਸਹਿਤ। ਸੋ ਅਖੀਰਲੀਆਂ ਦੋ ਪੰਕਤੀਆਂ ਪੜ੍ਹ ਕਰਕੇ ਗੁਰੂ ਦੀ ਉਸਤਤ ਕਰਕੇ ਸੋ ਸਮਾਪਤ ਕਰੀਏ ਜੀ। ਲੇਖਾ ਕਥਾ ਨਾ ਛੁੱਟੀਆ ਖਿਨ ਖਿਨ ਭੂਲਨਹਾਰ ਬਖਸ਼ਨਹਾਰ ਬਖਸ਼ਲੈ ਨਾਨਕ ਪਾਰ ਉਤਾਰ। ਬਹੁਰ ਦਿਲਾਸਾ ਦੀਨ ਕਰ ਦੁਲਾਰ ਨਿਜ ਤਨਜ ਸੋ ਧਾਮ ਪਿਆਨਾ ਕੀਨ ਜਹਾਂ ਹੋ ਤੋ ਜੈ ਰਾਮ ਕੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हे गोबिंद हे गोपाल हे दयाल लाल, प्राणनाथ नाथ सखे दीन दर्द निवार। हे समरथ अगम पूरन मोहे मया तार, अंधकूप महापयान नानक पार उतार। हे अच्युत हे पार ब्रह्म विनाशी अगनास, हे पूरन हे सर्व मैं दुख पंजन गुणतास। हे संगी हे निरंकार हे निर्गुण सब टेक, हे गोबिंद हे गुण निधान जाका सदा विवेक। हे अपरंपर हर हरे हर पी होवन हार, हे संतः का सदा संग निदारा आधार। हे ठाकुर हो दासुरो मैं निर्गुण गुण नहीं कोय, नानक दीजै नाम दान राखो हिय परोए। आए प्रभ शरणागति कृपा निध दयाल, एक अखर हर मन बसत नानक होत निहाल। वाहिगुरु नाम जहाज है चढ़े सो तरे पार।
ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਉਤਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।